प्यारे बच्चों, ਅੱਜ ਆਪਾਂ ਪੜਾਂਗੇ ਕੰਪਿਊਟਰ ਸਾਇੰਸ ਦਾ ਪਾਠ ਨੰਬਰ 7 ਮੈਮਰੀ ਯੂਨਿਟਸ ਤੇ ਜਨਰੇਸ਼ਨਸ। ਯੂਨਿਟਸ ਕਿ ਮੈਮਰੀ ਨੂੰ ਕਿਵੇਂ ਮਾਪਿਆ ਜਾਂਦਾ ਹੈ। ਜਨਰੇਸ਼ਨਸ ਦਾ ਮਤਲਬ ਕਿ ਕੰਪਿਊਟਰਾਂ ਦੀਆਂ ਜੋ ਪੀੜ੍ਹੀ ਦਰ ਪੀੜ੍ਹੀ ਕਿਸ ਤਰੀਕੇ ਨਾਲ ਇਸ ਦੇ ਵਿੱਚ ਬਦਲਾਅ ਹੁੰਦੇ ਗਏ। ਪਹਿਲੀ ਪੀੜ੍ਹੀ, ਦੂਜੀ ਪੀੜ੍ਹੀ, ਤੀਜੀ ਪੀੜ੍ਹੀ, ਜਿਹਨੂੰ ਆਪਾਂ ਪੰਜਾਬੀ 'ਚ ਗੱਲ ਕਰਦੇ ਹਾਂ, ਉਹ ਆਪਾਂ ਪੜਾਂਗੇ ਜੀ। ਸੋ ਇਸ ਪਾਠ ਦੇ ਵਿੱਚ ਆਪਾਂ ਪੜਾਂਗੇ ਅਲੱਗ-ਅਲੱਗ ਮੈਮਰੀ ਕੀ ਹੈ, ਮੈਮਰੀ ਯੂਨਿਟਸ, ਮੈਮਰੀ ਦੀਆਂ ਕਿਸਮਾਂ, ਇੰਟਰਨਲ ਮੈਮਰੀ, ਕੈਸ਼ ਮੈਮਰੀ, ਪ੍ਰਾਇਮਰੀ ਮੈਮਰੀ, ਮੇਨ ਮੈਮਰੀ ਜਿਸ ਨੂੰ ਕਹਿ ਦਿੰਦੇ ਆ। ਉਸ ਦੇ ਵਿੱਚ ਅੱਗੇ ਦੋ ਪ੍ਰਾਇਮਰੀ ਮੈਮਰੀ ਦੀਆਂ ਕਿਸਮਾਂ ਨੇ, ਰੋਮ, ਰੈਮ। ਫਿਰ ਐਕਸਟਰਨਲ ਮੈਮਰੀ ਕੀ ਹੁੰਦੀ ਹੈ, ਸਿਕੁਐਂਸ਼ੀਅਲ ਅਸੈਸ ਕੀ ਹੁੰਦਾ ਹੈ, ਡਾਇਰੈਕਟ ਅਸੈਸ ਕੀ ਹੁੰਦਾ ਹੈ, ਜਿਵੇਂ ਲੜੀਵਾਰ ਪਹੁੰਚ ਜਾਂ ਸਿੱਧੀ ਪਹੁੰਚ, ਮੈਗਨੈਟਿਕ ਡਿਸਕ ਦਾ ਫਿਜ਼ੀਕਲ ਸਟਰਕਚਰ, ਟਰੈਕ ਅਤੇ ਸੈਕਟਰ, ਕੰਪਿਊਟਰ ਦੀਆਂ ਜਨਰੇਸ਼ਨਸ। ਇਹ ਅਲੱਗ-ਅਲੱਗ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਪੜ੍ਹਦੇ ਹਾਂ ਬੇਟੇ ਮੈਮਰੀ ਕੀ ਹੈ। ਉਹ ਕਹਿੰਦੇ ਜੀ ਕੰਪਿਊਟਰ ਦੀ ਮੈਮਰੀ ਮਨੁੱਖੀ ਦਿਮਾਗ ਦੀ ਤਰ੍ਹਾਂ ਹੁੰਦੀ ਹੈ। ਮੈਮਰੀ ਉਹ ਜਗ੍ਹਾ ਹੁੰਦੀ ਹੈ ਜਿਸ ਵਿੱਚ ਕੰਪਿਊਟਰ ਡਾਟਾ ਅਤੇ ਕੰਮ ਕਰਨ ਦੀਆਂ ਲੋੜੀਂਦੀਆਂ ਹਦਾਇਤਾਂ ਨੂੰ ਸਟੋਰ ਕਰਕੇ ਰੱਖਦਾ ਹੈ। ਇਸ ਵਿੱਚ ਕੰਪਿਊਟਰ ਦੇ ਕੰਮ ਕਰਨ ਲਈ ਸਾਰਾ ਜ਼ਰੂਰੀ ਡਾਟਾ ਅਤੇ ਕਿਰਿਆਵਾਂ ਕਰਨ ਲਈ ਹਦਾਇਤਾਂ ਰੱਖੀਆਂ ਜਾ ਸਕਦੀਆਂ ਹਨ। ਮੈਮਰੀ ਬਹੁਤ ਛੋਟੇ ਹਿੱਸਿਆਂ ਵਿੱਚ ਵੰਡੀ ਹੁੰਦੀ ਹੈ ਜਿਸ ਨੂੰ ਸੈੱਲ ਕਿਹਾ ਜਾਂਦਾ ਹੈ। ਹਰੇਕ ਜਗ੍ਹਾ ਜਾਂ ਸੈੱਲ ਦਾ ਇੱਕ ਵੱਖਰਾ ਐਡਰੈਸ ਹੁੰਦਾ ਹੈ। ਦੇਖੋ ਬੇਟੇ, ਮੈਮਰੀ ਇੱਕ ਜਿਵੇਂ ਆਪਾਂ ਆਪਣੇ ਦਿਮਾਗ ਦੇ ਵਿੱਚ ਜਾਣਕਾਰੀ ਸਟੋਰ ਕਰਕੇ ਰੱਖਦੇ ਹਾਂ। ਆਪਾਂ ਕੋਈ ਆਪਣੇ ਫ਼ੋਨ ਨੰਬਰ ਹੈ, ਕੋਈ ਐਡਰੈਸ ਨੇ, ਕੋਈ ਹੋਰ ਜਾਣਕਾਰੀ ਜਿਹੜੀ ਆਪਾਂ ਆਪਦੇ ਦਿਮਾਗ ਦੇ ਵਿੱਚ ਸਟੋਰ ਕਰਕੇ ਰੱਖਦੇ ਹਾਂ। ਉਸੇ ਤਰੀਕੇ ਨਾਲ ਕੰਪਿਊਟਰ ਦੇ ਵਿੱਚ ਇੱਕ ਮੈਮਰੀ ਲੱਗੀ ਹੋਈ ਹੁੰਦੀ ਹੈ। ਉਹਦਾ ਮੈਮਰੀ ਦਾ ਕੰਮ ਕੀ ਹੁੰਦਾ, ਜਿਸ ਵਿੱਚ ਸਾਰਾ ਕੰਪਿਊਟਰ ਦਾ ਡਾਟਾ ਹੈ, ਜਾਣਕਾਰੀ ਹੈ, ਹਦਾਇਤਾਂ ਨੇ, ਉਹ ਸਾਰੀਆਂ ਉਸ ਵਿੱਚ ਸਟੋਰ ਹੁੰਦੀਆਂ ਜੀ। ਕੰਮ ਕਿਵੇਂ ਹੋਣਾ, ਉਹਦੇ ਵਾਸਤੇ ਕੀ ਡਾਟਾ ਚਾਹੀਦਾ, ਉਹਦੇ ਵਾਸਤੇ ਕੀ ਹਦਾਇਤਾਂ ਨੇ, ਉਹ ਸਭ ਕੁਝ ਮੈਮਰੀ ਦੇ ਵਿੱਚ ਸਟੋਰ ਹੁੰਦੀਆਂ ਨੇ। ਇਹ ਛੋਟੇ ਹਿੱਸਿਆਂ ਦੇ ਵਿੱਚ ਅੱਗੇ ਵੰਡੀ ਹੁੰਦੀ ਹੈ, ਉਸ ਨੂੰ ਵੰਡਿਆ ਜਾਂਦਾ ਹੈ, ਉਹਨਾਂ ਨੂੰ ਸੈੱਲ ਕਿਹਾ ਜਾਂਦਾ ਹੈ ਅਤੇ ਹਰੇਕ ਸੈੱਲ ਦਾ ਇੱਕ ਵੱਖਰਾ ਐਡਰੈਸ ਹੁੰਦਾ ਹੈ ਜੋ ਆਪਾਂ ਅੱਗੇ ਪੜਾਂਗੇ ਜੀ। ਅੱਗੇ ਆ ਗਿਆ ਬੇਟੇ, ਮੈਮਰੀ ਮਾਪੀ ਕਿਵੇਂ ਜਾਂਦੀ ਹੈ ਜੀ। ਉਹਨੂੰ ਮਾਪਣ ਦਾ ਕੀ ਢੰਗ ਹੈ ਜੀ। ਜਿਵੇਂ ਆਪਾਂ ਕੋਈ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਲੈ ਕੇ ਆਉਂਦੇ ਹਾਂ ਅਤੇ ਉਹਨੂੰ ਆਪਾਂ ਕਿਸੇ ਚੀਜ਼ ਨੂੰ ਤਾਂ ਆਪਾਂ ਕਿਲੋਆਂ 'ਚ ਮਾਪਦੇ ਹਾਂ, ਕਿਸੇ ਚੀਜ਼ ਨੂੰ ਆਪਾਂ ਜਿਹੜਾ ਤਰਲ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਲੀਟਰਾਂ ਦੇ ਵਿੱਚ ਮਾਪਦੇ ਹਾਂ। ਉਸੇ ਤਰੀਕੇ ਨਾਲ ਮੈਮਰੀ ਨੂੰ ਕਿਵੇਂ ਮਾਪਿਆ ਜਾਂਦਾ ਹੈ, ਯਾਦ ਸ਼ਕਤੀ ਜਿਹੜੀ ਕੰਪਿਊਟਰ ਦੀ ਹੈ ਉਹਨੂੰ ਕਿਵੇਂ ਮਾਪਿਆ ਜਾਂਦਾ ਹੈ, ਉਸ ਨੂੰ ਆਪਾਂ ਮਾਪਦੇ ਹਾਂ ਜੀ ਬਿਟਸ ਅਤੇ ਬਾਈਟਸ ਦੇ ਵਿੱਚ। ਉਹ ਅੱਗੇ ਜਾ ਕੇ ਉਹਦੇ ਯੂਨਿਟਸ ਜਿਹੜੇ ਨੇ ਉਹ ਬਣ ਜਾਂਦੇ ਨੇ। ਕਿਵੇਂ ਆਪਾਂ ਦੇਖਦੇ ਹਾਂ। ਪਹਿਲਾਂ ਸਭ ਨਾਲੋਂ ਛੋਟੀ ਇਕਾਈ ਹੁੰਦੀ ਬੇਟੇ ਬਿਟ, ਬਾਈਨਰੀ ਡਿਜਿਟ ਜਿਹਨੂੰ ਆਪਾਂ ਕਹਿੰਦੇ ਹਾਂ। ਇੱਕ ਬਿਟ ਜਾਂ ਬਾਈਨਰੀ ਡਿਜਿਟ ਨੂੰ ਲੌਜੀਕਲ 0 ਅਤੇ 1 ਰਾਹੀਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸਭ ਨਾਲੋਂ ਛੋਟੀ ਇਕਾਈ ਜਿਹੜੀ ਹੈ ਕਿਸੇ ਕੰਪਿਊਟਰ ਦੀ ਮੈਮਰੀ ਨੂੰ ਮਾਪਣ ਦੀ, ਉਹ ਹੈ ਜੀ ਬਿਟ। ਬਿਟ ਦਾ ਮਤਲਬ ਇੱਕ 0 ਜਾਂ 1 ਜਾਂ ਇੱਕ ਬਿਟ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਅੱਖਰ ਕਹਿ ਲਓ ਜਾਂ ਇੱਕ ਬਿਟ ਕਹਿ ਲਓ, ਜਾਂ ਸਭ ਨਾਲੋਂ ਛੋਟੀ ਇਕਾਈ। ਮੈਂ ਤਾਂ ਕਹੂੰਗਾ ਵੀ ਇਹ ਸਭ ਨਾਲੋਂ ਵਧੀਆ ਲਫ਼ਜ਼ ਹੈ ਕਿ ਸਭ ਨਾਲੋਂ ਛੋਟੀ ਇਕਾਈ ਜਿਹੜੀ ਹੈ ਉਹ ਬਿਟ ਹੈ। ਉਸ ਤੋਂ ਅੱਗੇ ਆ ਗਿਆ ਜੀ ਨਿਬਲ। ਨਿਬਲ ਕੀ ਹੈ, 4 ਬਿਟਸ ਦੇ ਸਮੂਹ ਨੂੰ ਨਿਬਲ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਹੈ ਜੀ 8 ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ। ਇੱਕ ਬਾਈਟ ਦਾ ਮਤਲਬ ਕਿ 8 ਬਿਟਸ ਦਾ ਜਿਹੜਾ ਹੈ ਉਹ ਸਮੂਹ ਹੈ। ਜਦੋਂ 8 ਬਿਟਸ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਜੀ ਬਾਈਟ। ਅੱਗੇ ਆ ਗਿਆ ਵਰਡ। ਕੰਪਿਊਟਰ ਵਿੱਚ ਇੱਕ ਸ਼ਬਦ ਕੁਝ ਨਿਰਧਾਰਤ ਬਿਟਸ ਦਾ ਸਮੂਹ ਹੁੰਦਾ ਹੈ ਜੋ ਕਿ ਇੱਕ ਇਕਾਈ ਵਜੋਂ ਪ੍ਰੋਸੈਸ ਕੀਤਾ ਜਾਂਦਾ ਹੈ। ਇੱਕ ਸ਼ਬਦ ਕੰਪਿਊਟਰ ਵਿੱਚ ਦੀ ਲੰਬਾਈ ਨੂੰ ਵਰਡ ਸਾਈਜ਼ ਜਾਂ ਵਰਡ ਲੈਂਥ ਕਿਹਾ ਜਾਂਦਾ ਹੈ। ਇਹ 8 ਬਿਟਸ ਜਿੰਨਾ ਛੋਟਾ ਅਤੇ 96 ਬਿਟਸ ਜਿੰਨਾ ਵੱਡਾ ਹੋ ਸਕਦਾ ਹੈ। ਧਿਆਨ ਦਿਓ ਕਿ ਇੱਕ ਜੋ ਵਰਡ ਹੈ ਕੁਛ ਬਿਟਸ ਦਾ ਸਮੂਹ ਹੁੰਦਾ ਜੀ। ਬਿਟਸ ਦਾ, ਬਾਈਟਸ ਦਾ ਨਹੀਂ, ਬਿਟਸ ਦਾ ਸਮੂਹ ਹੁੰਦਾ ਹੈ ਜੋ ਆਪਾਂ ਇੱਕ ਸ਼ਬਦ ਉਹਨੂੰ ਇੱਕ ਇਕਾਈ ਵਜੋਂ ਆਪਾਂ ਲੈ ਸਕਦੇ ਹਾਂ। ਉਹਦੀ ਲੰਬਾਈ ਵੱਧ ਤੋਂ ਵੱਧ ਕਿੰਨੀ ਹੋ ਸਕਦੀ, 8 ਬਿਟਸ ਤੋਂ ਛੋਟਾ ਨਹੀਂ ਹੋ ਸਕਦਾ ਉਹ, ਅਤੇ 96 ਬਿਟਸ ਤੋਂ ਵੱਡਾ ਨਹੀਂ ਹੋ ਸਕਦਾ ਜੀ। ਉਹਨੂੰ ਆਪਾਂ ਕੰਪਿਊਟਰ ਦੇ ਵਿੱਚ ਸਾਂਭ ਕੇ ਰੱਖਦੇ ਹਾਂ ਜੀ। ਇਹ ਅੱਗੇ ਆਪਣੇ ਕੋਲ ਜਿਸ 'ਤੇ ਮੈਂ ਹੁਣ ਪੁਆਇੰਟਰ ਮੂਵ ਕਰ ਰਿਹਾ ਹਾਂ, ਇਹ ਸਾਰੀਆਂ ਆਪਣੇ ਮਾਪਣ ਦੀਆਂ ਇਕਾਈਆਂ ਨੇ। ਜਿਵੇਂ ਆਪਾਂ ਆਪ ਸੁਣਦੇ ਹਾਂ ਜੀ, ਮੇਰੇ ਕੋਲ ਇੰਨੇ MB ਦਾ ਜਾਂ ਇੰਨੇ GB ਮੇਰੇ ਕੋਲ ਫ਼ੋਨ ਹੈ, ਉਹਦੇ ਵਿੱਚ ਇੰਨੀ GB ਮੈਮਰੀ ਹੈ। ਉਹ ਕਿਸ ਤਰੀਕੇ ਨਾਲ ਕੈਲਕੂਲੇਟ ਹੁੰਦੀ ਹੈ ਉਹ ਦੇਖੋ ਧਿਆਨ ਨਾਲ ਕਿ ਸਭ ਨਾਲੋਂ ਛੋਟੀ ਆ ਗਈ ਜੀ ਬਿਟ, ਇੱਕ ਇਕੱਲਾ ਬਾਈਨਰੀ ਡਿਜਿਟ 0 ਜਾਂ 1। ਡਿਜਿਟ ਮਤਲਬ ਇੱਕ ਅੱਖਰ ਕਹਿ ਲਓ, ਇੱਕ ਡਿਜਿਟ ਕਹਿ ਲਓ, 0 ਜਾਂ 1। ਨਿਬਲ 4 ਬਿਟਸ ਦਾ ਸਮੂਹ, ਬਾਈਟਸ 8 ਬਿਟਸ ਦਾ ਸਮੂਹ। ਕਿਲੋ ਬਾਈਟ, ਜਦੋਂ ਕਿਲੋ ਬਾਈਟ ਆ ਗਿਆ ਤਾਂ 1024 ਬਾਈਟਸ। ਬਾਈਟਸ ਧਿਆਨ ਦਿਓ, ਬਾਈਟਸ ਦਾ ਮਤਲਬ 1024 ਬਾਈਟਸ। ਅਤੇ ਇੱਕ ਮੈਗਾਬਾਈਟ ਜਿਹਨੂੰ ਆਪਾਂ MB ਕਹਿ ਦਿੰਦੇ ਹਾਂ,
ਉਹ 1024 ਕਿਲੋਬਾਈਟਸ। ਫਿਰ ਇੱਕ ਗੀਗਾਬਾਈਟਸ ਜਿਹਨੂੰ GB ਕਹਿ ਦਿੰਦੇ ਆ ਜੀ, ਇੱਕ GB 1024 ਮੈਗਾਬਾਈਟਸ ਇਹ। ਫਿਰ ਗੀਗਾਬਾਈਟ ਤੋਂ ਅੱਗੇ ਹੁੰਦਾ ਬੇਟੇ ਟੈਰਾਬਾਈਟ। ਟੈਰਾਬਾਈਟ ਦੇ ਵਿੱਚ 1024 ਗੀਗਾਬਾਈਟਸ, 1024 ਗੀਗਾਬਾਈਟਸ। ਉਸ ਤੋਂ ਅੱਗੇ ਪੈਂਟਾਬਾਈਟ। ਪੈਂਟਾਬਾਈਟ ਦੇ ਵਿੱਚ ਅੱਗੇ ਆਪਣੇ ਕੋਲ ਆ ਜਾਂਦਾ ਜੀ 1024 ਟੈਰਾਬਾਈਟਸ। ਇਸ ਤਰੀਕੇ ਨਾਲ ਅੱਗੇ ਅੱਗੇ ਮੈਮਰੀ ਦੇ ਯੂਨਿਟਸ ਜਿਹੜੇ ਨੇ ਉਹ ਬਣਦੇ ਜਾਂਦੇ। ਅੱਗੇ ਆ ਗਿਆ ਬੇਟੇ ਮੈਮਰੀ ਦੀਆਂ ਯੂਨਿਟਸ, ਮੈਮਰੀ ਦੀਆਂ ਕਿਸਮਾਂ ਕਿੰਨੀਆਂ ਨੇ। ਇਸ ਚਿੱਤਰ ਨੂੰ ਜੇ ਤੁਸੀਂ ਧਿਆਨ ਨਾਲ ਆਪਣੀ ਬੁੱਕ ਦੇ ਉੱਪਰ ਵੀ ਦੇਖੋ, ਚਿੱਤਰ 7.2 ਇਹ ਵਾਲਾ, ਤਾਂ ਇਹਦੇ ਉੱਪਰ ਸਭ ਨਾਲੋਂ ਦੋ ਸ਼੍ਰੇਣੀਆਂ 'ਚ ਆਪਾਂ ਨੂੰ ਵੰਡ ਸਕਦੇ। ਸਭ ਨਾਲੋਂ ਪਹਿਲਾਂ ਮੈਮਰੀ ਨੂੰ, ਇੱਕ ਹੁੰਦੀ ਆ ਇੰਟਰਨਲ ਮੈਮਰੀ, ਇੱਕ ਹੁੰਦੀ ਹੈ ਜੀ ਐਕਸਟਰਨਲ ਮੈਮਰੀ। ਇੰਟਰਨਲ ਮੈਮਰੀ ਦਾ ਮਤਲਬ ਕਿ ਜਿਹੜੀ ਮੈਮਰੀ ਕੰਪਿਊਟਰ ਦੇ ਵਿੱਚ CPU ਦੇ ਵਿੱਚ ਲੱਗੀ ਹੋਈ ਹੁੰਦੀ ਹੈ, ਉਸ ਨੂੰ ਮੋਸਟਲੀ ਆਪਾਂ ਕਹਿੰਦੇ ਜੀ ਇੰਟਰਨਲ ਮੈਮਰੀ। ਜਿਹੜੀ ਐਕਸਟਰਨਲ ਮੈਮਰੀ ਹੈ ਕਿ ਜਿਸ ਨੂੰ ਬਾਹਰ ਵੀ ਵਰਤਿਆ ਜਾ ਸਕਦਾ। ਐਕਸਟਰਨਲ ਹਾਰਡ ਡਿਸਕ ਹੋ ਸਕਦੀ ਹੈ, ਤੁਹਾਡੇ ਪੈਨ ਡਰਾਈਵ ਹੋ ਸਕਦੀ ਹੈ, ਫਲੈਸ਼ ਡਰਾਈਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੋ ਸਕਦੀ ਹੈ, ਕੋਈ ਹੋਰ ਇਸ ਤਰੀਕੇ ਨਾਲ ਮੈਮਰੀ ਕਾਰਡ ਹੋ ਸਕਦਾ। ਉਹ ਸਾਰੀਆਂ ਐਕਸਟਰਨਲ ਮੈਮਰੀ ਦੇ ਵਿੱਚ ਹੁੰਦੀਆਂ। ਜਿਹੜੀਆਂ ਕੰਪਿਊਟਰ ਤੋਂ ਬਾਹਰ ਵੀ ਆ ਸਕਦੀਆਂ ਨੇ ਉਹ ਐਕਸਟਰਨਲ ਮੈਮਰੀ 'ਚ ਹੁੰਦੀਆਂ। ਸੋ ਆਪਾਂ ਇੱਕ ਬਾਏ ਇੱਕ ਪੜ੍ਹਾਂਗੇ ਇਹ। ਪਹਿਲੇ ਪੜ੍ਹਦੇ ਹਾਂ ਜੀ ਆਪਾਂ ਇੰਟਰਨਲ ਮੈਮਰੀ। ਇੱਕ ਪ੍ਰੋਗਰਾਮ ਦੀਆਂ ਹਦਾਇਤਾਂ ਅਤੇ ਲੋੜੀਂਦੇ ਡਾਟੇ ਨੂੰ ਉਸ ਜਗ੍ਹਾ ਰੱਖਿਆ ਜਾਂਦਾ ਹੈ ਜਿਸ ਜਗ੍ਹਾ ਉਹਨਾਂ 'ਤੇ ਕੰਮ ਕੀਤਾ ਜਾ ਸਕੇ। ਇਸ ਕੰਮ ਲਈ CPU ਇੰਟਰਨਲ ਰਜਿਸਟਰਾਂ ਅਤੇ ਕੈਸ਼ ਮੈਮਰੀ ਦੀ ਵਰਤੋਂ ਕਰਦਾ ਹੈ। ਇੰਟਰਨਲ ਮੈਮਰੀ ਨੂੰ ਅੱਗੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਦੇਖੋ ਮੈਮਰੀ ਦਾ ਮਤਲਬ ਮੈਂ ਪਹਿਲਾਂ ਹੀ ਦੱਸ ਕੇ ਹਟਿਆ। ਮੈਮਰੀ ਦਾ ਮਤਲਬ ਕੀ ਹੈ, ਇਹਦਾ ਕਿਉਂ ਲੋੜ ਪੈਂਦੀ ਹੈ ਕਿ ਕੰਪਿਊਟਰ ਦੇ ਵਿੱਚ ਹਦਾਇਤਾਂ ਅਤੇ ਡਾਟੇ ਨੂੰ ਸਾਂਭ ਕੇ ਰੱਖਣ ਲਈ ਜਿਹੜੀ ਜਗ੍ਹਾ ਵਰਤੀ ਜਾਂਦੀ ਹੈ ਉਸ ਨੂੰ ਆਪਾਂ ਕਹਿੰਦੇ ਜੀ ਕੰਪਿਊਟਰ ਦੀ ਮੈਮਰੀ ਜਾਂ ਯਾਦ ਸ਼ਕਤੀ। ਇਹਦੇ ਵਿੱਚ ਕੀ ਹੁੰਦਾ, ਦੋ ਤਰੀਕੇ ਦੀਆਂ ਮੈਮਰੀਜ਼ ਹੁੰਦੀਆਂ, ਇੱਕ ਇੰਟਰਨਲ ਇੱਕ ਐਕਸਟਰਨਲ। ਆਪਾਂ ਪੜ੍ਹ ਰਹੇ ਹਾਂ ਜੀ ਇੰਟਰਨਲ ਮੈਮਰੀ। ਇੰਟਰਨਲ ਮੈਮਰੀ ਨੂੰ ਆਪਾਂ ਜਦੋਂ ਪੜ੍ਹਦੇ ਹਾਂ ਉਹਦੇ ਵਿੱਚ ਅੱਗੇ ਦੋ ਹਿੱਸੇ ਇਹਨਾਂ ਨੇ ਕੀਤੇ ਆ ਜੀ, ਇੱਕ ਕੈਸ਼ ਮੈਮਰੀ, ਇੱਕ ਪ੍ਰਾਇਮਰੀ ਮੈਮਰੀ। ਅੱਗੇ ਕੈਸ਼ ਮੈਮਰੀ ਨੂੰ ਨੇ ਦੋ ਹਿੱਸਿਆਂ 'ਚ ਵੰਡਤਾ। ਅੱਗੇ ਪ੍ਰਾਇਮਰੀ ਮੈਮਰੀ ਨੂੰ ਦੋ ਹਿੱਸਿਆਂ 'ਚ ਵੰਡਤਾ ਜੀ ਇਹਨਾਂ ਨੇ, ਰੈਮ ਅਤੇ ਰੋਮ। ਅੱਗੇ ਰੈਮ ਨੂੰ ਫਿਰ ਅੱਗੇ SRAM ਅਤੇ DRAM, ਰੋਮ ਨੂੰ ਅੱਗੇ MROM, PROM, EPROM ਅਤੇ EEPROM। ਇਹ ਅੱਗੇ ਆਪਾਂ ਸਾਰਾ ਕੁਛ ਪੜ੍ਹਾਂਗੇ ਜੀ ਕਿ ਇਹ ਕੀ ਕੀਤਾ ਹੈ। ਸਾਨੂੰ ਪਹਿਲਾਂ ਇੰਟਰਨਲ ਮੈਮਰੀ ਸਮਝ ਆ ਗਈ ਕਿ ਜਿਹੜੀ ਮੈਮਰੀ ਕੰਪਿਊਟਰ ਦੇ ਵਿੱਚ ਹੁੰਦੀ ਹੈ ਉਹਨੂੰ ਆਪਾਂ, ਜਿਹੜੇ ਕੰਪਿਊਟਰ ਦੇ ਵਿੱਚ ਹੁੰਦਾ ਮਤਲਬ CPU ਦੇ ਵਿੱਚ ਲੱਗੀ ਹੋਈ ਹੁੰਦੀ ਹੈ, ਉਸ ਨੂੰ ਆਪਾਂ ਕਹਿੰਦੇ ਜੀ ਇੰਟਰਨਲ ਮੈਮਰੀ, ਜੇ ਆਪਾਂ ਸਾਫ਼ ਪੰਜਾਬੀ ਦੇ ਲਫ਼ਜ਼ਾਂ 'ਚ ਕਹੀਏ ਤਾਂ। ਉਸ ਤੋਂ ਅੱਗੇ ਉਹਦੇ ਦੋ ਭਾਗ ਹੋ ਜਾਂਦੇ ਨੇ ਜੀ। ਕੈਸ਼ ਮੈਮਰੀ। ਕੈਸ਼ ਮੈਮਰੀ ਇੱਕ ਬਹੁਤ ਤੇਜ਼ ਅਤੇ ਸੈਮੀ ਕੰਡਕਟਰ ਮੈਮਰੀ ਹੁੰਦੀ ਹੈ ਜੋ ਕਿ CPU ਦੀ ਰਫ਼ਤਾਰ ਨੂੰ ਤੇਜ਼ ਕਰ ਦਿੰਦੀ ਹੈ। ਇਹ CPU ਅਤੇ ਮੁੱਖ ਮੈਮਰੀ ਦੇ ਵਿਚਕਾਰ ਬਫਰ ਦੀ ਤਰ੍ਹਾਂ ਕੰਮ ਕਰਦੀ ਹੈ। ਦੇਖੋ ਆਪਾਂ ਕਈ ਜਗ੍ਹਾ 'ਤੇ ਕੀ ਹੁੰਦਾ ਹੈ ਕਿ ਕੰਪਿਊਟਰ ਜਦੋਂ ਕੰਮ ਕਰਦਾ ਹੈ, CPU ਕੰਮ ਕਰਦਾ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਕੰਪਿਊਟਰ ਦਾ ਦਿਮਾਗ ਕੰਮ ਕਰਦਾ ਹੈ, ਤਾਂ ਕੁਛ ਚੀਜ਼ਾਂ ਜਾਂ ਕੁਛ ਡਾਟਾ ਜਾਂ ਕੁਛ ਹਦਾਇਤਾਂ ਇਹੋ ਜਿਹੀਆਂ ਨੇ ਜਿਹੜੀਆਂ ਉਹਨੂੰ ਵਾਰੀ-ਵਾਰੀ ਲੋੜ ਪੈਂਦੀ ਹੈ। ਜਿਸ ਤਰੀਕੇ ਦੀ ਉਹਨੂੰ ਵਾਰੀ-ਵਾਰੀ ਲੋੜ ਪੈਂਦੀ ਹੈ ਤਾਂ ਉਸ ਨੂੰ ਉਹ ਪ੍ਰਾਇਮਰੀ ਮੈਮਰੀ ਤੋਂ ਮੰਗਵਾਉਣ ਦੀ ਥਾਂ ਇੱਕ ਹੋਰ ਮੈਮਰੀ ਹੁੰਦੀ ਹੈ ਕੈਸ਼ ਮੈਮਰੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਉਹ ਰੱਖ ਲੈਂਦਾ ਕਿ ਇਹਦੇ ਵਿੱਚ ਉਹ ਹਦਾਇਤਾਂ, ਉਹ ਡਾਟਾ ਪਿਆ ਹੁੰਦਾ ਕਿ ਜਿਸ ਦੀ ਮੈਮਰੀ ਨੂੰ ਵਾਰੀ-ਵਾਰੀ ਛੇਤੀ ਲੋੜ ਪੈਂਦੀ ਤਾਂ ਜਲਦੀ ਤੋਂ ਜਲਦੀ ਉਹਦੇ ਕੋਲ ਉਹ ਡਾਟਾ ਪਹੁੰਚ ਸਕੇ ਜੀ। ਉਸ ਨੂੰ ਆਪਾਂ ਕਹਿੰਦੇ ਜੀ ਕੈਸ਼ ਮੈਮਰੀ। ਇਹ ਪ੍ਰੋਗਰਾਮ ਅਤੇ ਡਾਟਾ ਦੇ ਉਹਨਾਂ ਭਾਗਾਂ ਨੂੰ ਆਪਣੇ ਵਿੱਚ ਰੱਖਦੀ ਹੈ, ਧਿਆਨ ਦਿਓ, ਜੋ ਕਿ CPU ਵੱਲੋਂ ਜ਼ਿਆਦਾਤਰ ਵਰਤੇ ਜਾਂਦੇ ਹਨ। ਜਿਵੇਂ ਮੈਂ ਕਿਹਾ ਕਿ ਹਟਾ ਕਿ ਜਿਹੜੇ ਜ਼ਿਆਦਾ ਵਰਤੇ ਜਾਂਦੇ ਨੇ ਡਾਟਾ ਜਾਂ ਜਾਣਕਾਰੀ, ਉਹਨੂੰ ਇਹ ਆਪਣੇ ਕੋਲ ਰੱਖਦੀ ਹੈ ਜੀ। ਲਾਭ ਕੀ ਨੇ ਜੀ? ਲਾਭ ਇਹਦੇ ਨੇ ਕਿ ਇੱਕ ਤਾਂ ਬਹੁਤ ਤੇਜ਼ ਹੁੰਦੀ ਹੈ, ਇਹਦੀ ਸਪੀਡ ਬਹੁਤ ਤੇਜ਼ ਹੁੰਦੀ ਹੈ, ਬਹੁਤ ਛੇਤੀ CPU ਨੂੰ ਡਾਟਾ ਭੇਜ ਦਿੰਦੀ ਹੈ। ਐਕਸੈਸ ਟਾਈਮ ਘੱਟ ਹੁੰਦਾ, ਚੱਲਦੀ ਬਹੁਤ ਤੇਜ਼ ਹੈ ਛੋਟੀ ਹੋਣ ਕਰਕੇ। ਕੈਸ਼ ਮੈਮਰੀ ਉਸ ਪ੍ਰੋਗਰਾਮ ਸਟੋਰ ਕਰ ਸਕਦਾ ਜਿਹੜਾ ਘੱਟ ਸਮੇਂ 'ਚ ਲਾਗੂ ਹੋਣਾ ਹੁੰਦਾ। ਇਹਦੇ 'ਚ ਕੀ ਹੁੰਦਾ ਕਿ ਇਹਦੀ ਉਨੀ ਸਮਰੱਥਾ ਨਹੀਂ ਹੁੰਦੀ, ਤੇਜ਼ ਬਹੁਤ ਹੁੰਦੀ ਹੈ ਪਰ ਉਨੀ ਸਮਰੱਥਾ ਨਹੀਂ ਹੁੰਦੀ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਰੱਖੀ ਜਾ ਸਕੇ। ਇਹ ਪਰ ਕੀ ਹੈ ਕਿ ਜਿਹੜੇ ਘੱਟ ਸਮੇਂ 'ਚ ਜਿਹੜੇ ਪ੍ਰੋਗਰਾਮ ਚੱਲਣੇ ਨੇ, ਛੋਟੇ ਪ੍ਰੋਗਰਾਮ, ਉਹ ਜਿਹੜੇ ਨੇ ਇਹਦੇ ਵਿੱਚ ਹੁੰਦੇ ਆ। ਇਹ ਡਾਟਾ ਨੂੰ ਅਸਥਾਈ ਤੌਰ 'ਤੇ ਰੱਖ ਸਕਦੀ ਹੈ। ਇਹਦੇ ਵਿੱਚ ਮਤਲਬ ਜ਼ਿਆਦਾ ਡਾਟਾ ਜਿਹੜਾ ਹੈ ਉਹ ਨਹੀਂ ਰਹਿ ਸਕਦਾ ਅਤੇ ਥੋੜ੍ਹੇ ਸੇ ਰਸਤੇ ਰਹਿ ਸਕਦਾ ਹੈ। ਇਹਦੀਆਂ ਹਾਨੀਆਂ ਵੀ ਕੀ ਨੇ? ਇੱਕ ਤਾਂ ਇਹਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਦੂਜੀ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ ਕੈਸ਼ ਮੈਮਰੀ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਹਦੇ ਵਿੱਚ ਇੰਨਾ ਜ਼ਿਆਦਾ ਸਟੋਰ ਨਹੀਂ ਕਰ ਸਕਦੇ ਆਪਾਂ ਕਿ ਜੇ ਆਪਾਂ ਕਹੀਏ ਵੀ ਜ਼ਿਆਦਾ ਸਟੋਰ ਕਰਕੇ ਨਹੀਂ ਰੱਖ ਸਕਦੇ ਜੀ। ਉਸ ਤੋਂ ਅੱਗੇ ਆ ਗਿਆ ਬੇਟੇ ਪ੍ਰਾਇਮਰੀ ਮੈਮਰੀ, ਜਿਹਨੂੰ ਆਪਾਂ ਮੁੱਖ ਮੈਮਰੀ ਵੀ ਕਹਿ ਦਿੰਦੇ ਹਾਂ। ਪ੍ਰਾਇਮਰੀ ਮੈਮਰੀ ਉਹਨਾਂ ਡਾਟਾ ਅਤੇ ਹਦਾਇਤਾਂ ਨੂੰ ਆਪਣੇ ਕੋਲ ਰੱਖਦੀ ਹੈ ਜਿਨ੍ਹਾਂ ਉੱਤੇ ਕੰਪਿਊਟਰ ਮੌਜੂਦਾ ਸਮੇਂ ਵਿੱਚ ਕੰਮ ਕਰ ਰਿਹਾ ਹੁੰਦਾ ਹੈ। ਇਸ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਬਿਜਲੀ ਬੰਦ ਹੋਣ ਨਾਲ ਡਾਟਾ ਨਸ਼ਟ ਹੋ ਜਾਂਦਾ ਹੈ। ਆਮ ਤੌਰ 'ਤੇ ਸੈਮੀ ਕੰਡਕਟਰ ਉਪਕਰਨ ਦੀ ਬਣੀ ਹੁੰਦੀ। ਸੈਮੀ ਕੰਡਕਟਰ ਉਪਕਰਨ ਜਿਹੜੇ ਹੈਗੇ IC ਵਗੈਰਾ ਜਿਸ ਤੁਸੀਂ ਦੇਖਦੇ ਨੇ ਉਹ ਉੱਪਰ ਇਹਦੇ ਲੱਗੇ ਹੁੰਦੇ ਨੇ।
ਇਹ ਮੈਮਰੀ ਰਜਿਸਟਰਾਂ ਦੀ ਤਰ੍ਹਾਂ ਤੇਜ਼ ਨਹੀਂ ਹੁੰਦੀ। ਜਿਹੜੇ ਡਾਟਾ ਦੇ ਹਦਾਇਤਾਂ ਨੂੰ ਪ੍ਰੋਸੈਸ ਕੀਤਾ ਜਾਣਾ ਹੁੰਦਾ ਉਹਨਾਂ ਨੂੰ ਮੁੱਖ ਮੈਮਰੀ ਵਿੱਚ ਰੱਖਿਆ ਜਾਂਦਾ ਹੈ। ਦੇਖੋ ਬੇਟੇ, ਮੁੱਖ ਮੈਮਰੀ ਪ੍ਰਾਇਮਰੀ ਮੈਮਰੀ 'ਚ ਆਪਾਂ ਮੋਸਟਲੀ ਲੈ ਲੈਂਦੇ ਹਾਂ ਜੀ ਰੈਮ ਜਾਂ ਰੋਮ, ਜਾਂ ਆਪਾਂ ਲੈ ਲੈਂਦੇ ਹਾਂ ਜੀ ਅੱਗੇ ਹਾਰਡ ਡਿਸਕ ਵਗੈਰਾ ਆ ਜਾਂਦੀਆਂ ਨੇ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਾਣਕਾਰੀ ਜਿਹੜੀ ਇਹਦੇ ਵਿੱਚ ਸਟੋਰ ਹੋਈ ਹੁੰਦੀ ਹੈ, ਇਸ ਦੀ ਸਮਰੱਥਾ ਐਕਸਟਰਨਲ ਮੈਮਰੀ ਨਾਲੋਂ ਘੱਟ ਹੁੰਦੀ ਹੈ। ਜੇ ਆਪਾਂ ਬਾਹਰਲੇ ਪਾਸੇ ਕੋਈ ਪੈਨ ਡਰਾਈਵ ਲਾਇਆ ਜਾਂ ਕੁਛ ਹੋਰ ਲਾਇਆ, ਕਾਰਡ ਲਾਇਆ, ਉਹਦੇ ਨਾਲ ਇਹਦੀ ਸਮਰੱਥਾ ਘੱਟ ਹੋਏਗੀ। ਬਟ ਇਹਦੇ ਵਿੱਚ ਉਹ ਡਾਟਾ ਦੇ ਹਦਾਇਤਾਂ ਹੋਣੇ ਜਿਨ੍ਹਾਂ ਨੂੰ ਕੰਪਿਊਟਰ ਇਸ ਸਮੇਂ ਕੰਮ ਕਰ ਰਿਹਾ ਹੋਏਗਾ, ਉਹਦੇ ਨਾਲ ਜੋ ਚਾਹੀਦਾ ਡਾਟਾ ਹੋਏਗਾ। ਜੇ ਫਰਜ਼ ਕਰੋ ਕੰਪਿਊਟਰ ਉਸ ਟਾਈਮ ਆਪਣਾ ਲੱਗਿਆ ਹੋਇਆ ਕਿ ਉਹ ਕੋਈ ਬੱਚਿਆਂ ਦਾ ਡਾਟਾ ਜਿਹੜਾ ਸਕੂਲ ਦੇ ਬੱਚਿਆਂ ਦਾ ਡਾਟਾ ਸਟੋਰ ਕਰਕੇ ਰੱਖਿਆ, ਉਹਦੇ ਵਿੱਚ ਕੋਈ ਕੰਮ ਚੱਲ ਰਿਹਾ, ਉਹਦੇ 'ਚ ਕੋਈ ਉਹਦੀ ਰਿਜ਼ਲਟ ਤਿਆਰ ਹੋ ਰਹੇ ਨੇ, ਉਹ ਸਾਰਾ ਡਾਟਾ ਉਹਨਾਂ ਦਾ ਜਿਹੜਾ ਬੱਚਿਆਂ ਦਾ ਡਾਟਾ ਹੈ ਉਹ ਛੇਤੀ ਤੋਂ ਛੇਤੀ ਇਹ ਪ੍ਰਾਇਮਰੀ ਮੈਮਰੀ ਆਪਦੇ ਵਿੱਚ ਜਿਹੜੀ ਹੈ ਉਹ ਸਟੋਰ ਕਰਕੇ ਰੱਖਦੀ ਹੈ, ਤਾਂ ਜੋ ਉਹ ਵਰਤਣ ਵੇਲੇ ਜਲਦੀ ਤੋਂ ਜਲਦੀ ਉਹਨਾਂ ਕੋਲ ਪਹੁੰਚ ਸਕੇ ਜੀ। ਇਹ ਵਿਸ਼ੇਸ਼ਤਾਵਾਂ ਅਤੇ ਗੁਣ ਹੈ। ਸੈਮੀ ਕੰਡਕਟਰ ਮੈਮਰੀ ਹੁੰਦੀ ਹੈ, ਜੋ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ, ਮੁੱਖ ਮੈਮਰੀ ਵਜੋਂ ਜਾਣਿਆ ਜਾਂਦਾ ਹੈ। ਇਹ ਅਸਥਿਰ ਮੈਮਰੀ ਹੁੰਦੀ ਹੈ। ਅਸਥਿਰ ਮੈਮਰੀ ਦਾ ਕੀ ਮਤਲਬ ਹੈ ਕਿ ਜੇ ਲਾਈਟ ਚੱਲਦਿਆਂ ਬਿਜਲੀ ਜਿਹੜੀ ਹੈ ਉਹ ਬੰਦ ਹੋ ਜਾਵੇ ਤਾਂ ਉਹਦੇ ਵਿੱਚ ਦਾ ਡਾਟਾ ਜਿਹੜਾ ਹੈ ਉਹ ਨਸ਼ਟ ਹੋ ਜਾਂਦਾ ਹੈ। ਅੱਗੇ ਹੈ ਇੱਕ ਕੰਪਿਊਟਰ ਦੀ ਕੰਮਕਾਜੀ ਮੈਮਰੀ ਹੁੰਦੀ ਹੈ। ਕੰਮਕਾਜੀ ਮੈਮਰੀ ਦਾ ਮਤਲਬ ਹੈ ਜੀ ਕਿ ਇਹਦੇ ਵਿੱਚ ਉਹ ਕੰਮ ਹੋ ਸਕਦਾ ਹੁੰਦਾ ਹੈ ਜਿਹੜਾ ਐਟ ਦੀ ਸਮੇਂ ਵਰਤਿਆ ਜਾ ਰਿਹਾ ਹੈ, ਕੰਮ ਹੋ ਰਿਹਾ ਜਿਸ 'ਤੇ, ਉਹਦੇ ਵਿੱਚ ਇਹ ਜਿਹੜੀ ਜਾਣਕਾਰੀ ਹੈ ਇਹ ਮੈਮਰੀ ਜਿਹੜੀ ਹੈ ਵਰਤੀ ਜਾਂਦੀ। ਇਹ ਤੇਜ਼ ਹੁੰਦੀ ਹੈ, ਇਸ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਜੀ। ਅੱਗੇ ਆ ਗਿਆ ਬੇਟੇ, ਦੋ ਹਿੱਸਿਆਂ 'ਚ ਇਸ ਨੂੰ ਵੰਡ ਦਿੰਦੇ ਨੇ ਪ੍ਰਾਇਮਰੀ ਮੈਮਰੀ ਨੂੰ। ਇੱਕ ਹੈ ਰੈਮ, ਦੂਜਾ ਹੈ ਰੋਮ। ਰੈਮ ਦਾ ਪੂਰਾ ਨਾਂ ਹੈ, ਰਾਮ ਨਹੀਂ ਕਹਿਣਾ ਇਹਨੂੰ, ਇਹ ਰੈਮ ਹੈ, RAM, ਰੈਮ। ਇਹ ਰੈਮ ਲਿਖਿਆ ਹੋਇਆ ਹੈ। ਰੈਮ ਦਾ ਪੂਰਾ ਨਾਂ ਜੀ ਰੈਂਡਮ ਐਕਸੈਸ ਮੈਮਰੀ। ਇਹ CPU ਦੀ ਅੰਦਰੂਨੀ ਮੈਮਰੀ ਹੁੰਦੀ ਹੈ। ਅੰਦਰੂਨੀ ਮੈਮਰੀ ਦਾ ਮਤਲਬ ਜਿਸ ਵਿੱਚ ਡਾਟਾ ਪ੍ਰੋਗਰਾਮ ਅਤੇ ਪ੍ਰੋਗਰਾਮ ਦਾ ਨਤੀਜਾ ਸਟੋਰ ਕੀਤਾ ਜਾਂਦਾ ਹੈ। ਇਹ ਪੜ੍ਹਨ ਅਤੇ ਲਿਖਣ ਲਈ ਮੈਮਰੀ ਹੁੰਦੀ ਹੈ, ਜੋ ਕਿ ਡਾਟਾ ਨੂੰ ਉਸ ਸਮੇਂ ਤੱਕ ਸਟੋਰ ਕਰਕੇ ਰੱਖਦੀ ਹੈ ਜਦੋਂ ਤੱਕ ਮਸ਼ੀਨ ਕੰਮ ਕਰ ਰਹੀ ਹੁੰਦੀ ਹੈ। ਰੈਮ ਅਸਥਾਈ ਮੈਮਰੀ ਹੁੰਦੀ ਹੈ। ਇਸ ਦਾ ਭਾਵ ਹੈ ਕਿ ਜਦ ਕੰਪਿਊਟਰ ਦੇ ਬੰਦ ਹੋਣ 'ਤੇ, ਬਿਜਲੀ ਦੇ ਜਾਣ 'ਤੇ ਡਾਟਾ ਨਸ਼ਟ ਹੋ ਜਾਂਦਾ ਹੈ। ਇਸ ਲਈ ਕੰਪਿਊਟਰ ਦੇ ਨਾਲ ਬੈਕਅਪ ਲਈ UPS ਦੀ ਵਰਤੋਂ ਕੀਤੀ ਜਾਂਦੀ ਹੈ। ਰੈਮ ਵਿਚਲੇ ਡਾਟੇ ਨੂੰ ਕਿਧਰੋਂ ਵੀ ਵਰਤਿਆ ਜਾ ਸਕਦਾ, ਪਰ ਇਹ ਬਹੁਤ ਮਹਿੰਗੀ ਹੁੰਦੀ ਹੈ। ਰੈਮ ਦਾ ਆਕਾਰ ਅਤੇ ਡਾਟਾ ਸਟੋਰ ਕਰਨ ਦੀ ਸਮਰੱਥਾ ਦੋਵੇਂ ਹੀ ਘੱਟ ਜਾਂਦੀਆਂ ਹਨ। ਇਸ ਤੋਂ ਅੱਗੇ ਦੋ ਜਿਹੜੇ ਨੇ ਇਹਦੇ ਸਟੈਟਿਕ ਰੈਮ ਅਤੇ ਡਾਇਨਾਮਿਕ ਰੈਮ ਇਸ ਦੇ ਹਿੱਸੇ ਦੱਸੇ ਨੇ। ਦੇਖੋ ਉਹ ਕੀ ਕਹਿੰਦੇ ਜੀ, ਉਹ ਆਂਦੇ ਕਿ ਰੈਮ ਕੀ ਹੈ, ਇਹਦਾ ਨਾਮ ਹੈ ਰੈਂਡਮ ਐਕਸੈਸ ਮੈਮਰੀ। ਇਹ CPU ਦੇ ਅੰਦਰ ਮੈਮਰੀ ਲੱਗੀ ਹੋਈ ਹੁੰਦੀ ਹੈ। ਇਸ ਵਿੱਚ ਕੀ ਹੁੰਦਾ, ਡਾਟਾ ਪ੍ਰੋਗਰਾਮ ਦਾ ਨਤੀਜਾ ਸਟੋਰ ਕੀਤਾ ਜਾਂਦਾ ਹੈ, ਪੜ੍ਹਨ ਅਤੇ ਲਿਖਣ ਲਈ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਇਹ ਜਦੋਂ ਤੱਕ ਕੰਪਿਊਟਰ ਦਾ CPU ਉਸ ਪ੍ਰੋਗਰਾਮ 'ਤੇ, ਜਿਵੇਂ ਆਪਾਂ ਉਦਾਹਰਨ ਲਈ ਹੈ ਕਿ ਜੇ ਆਪਣਾ ਰਿਜ਼ਲਟ ਤਿਆਰ ਹੋ ਰਿਹਾ ਸਕੂਲ ਦਾ, ਤਾਂ ਸਿਰਫ ਉਸ ਸਮੇਂ ਵਾਸਤੇ ਜਿੰਨਾ ਡਾਟਾ ਹੋਏਗਾ ਉਹ ਉਸ ਰੈਮ ਦੇ ਵਿੱਚ ਸਟੋਰ ਹੋਏਗਾ। ਉਹਦੇ ਵਿੱਚ ਜਾਣਕਾਰੀ ਜਿਹੜੀ ਹੈ ਜਲਦੀ ਤੋਂ ਜਲਦੀ ਆਈ ਜਾਏਗੀ, ਜਾਂ ਜਿਵੇਂ ਵੀ CPU ਕੰਮ ਕਰਦਾ ਹੈ ਉਹਦੇ ਵਿੱਚ ਸਟੋਰ ਰਹਿੰਦਾ ਹੈ। ਪਰ ਪ੍ਰੋਬਲਮ ਕੀ ਹੈ ਕਿ ਇਹ ਅਸਥਾਈ ਹੁੰਦੀ ਹੈ ਕਿ ਲਾਈਟ ਚਲੀ ਗਈ ਤਾਂ ਜੋ ਤੁਸੀਂ ਡਾਟਾ ਜੇ ਤੁਸੀਂ ਸੇਵ ਨਹੀਂ ਕੀਤਾ ਤਾਂ ਉਹ ਡਾਟਾ ਜਿਹੜਾ ਹੈ ਉਹ ਖਤਮ ਹੋ ਜਾਏਗਾ। ਅੱਗੇ ਆ ਗਿਆ ਬੇਟੇ, ਦੋ ਤਰੀਕੇ ਦੇ ਕਿਸਮਾਂ ਨੇ, ਸਟੈਟਿਕ ਰੈਮ ਅਤੇ ਡਾਇਨਾਮਿਕ ਰੈਮ। ਸਟੈਟਿਕ ਦਾ ਮਤਲਬ ਹੁੰਦਾ ਹੈ ਕਿ ਇਹਦੇ ਵਿੱਚ ਡਾਟਾ ਉਦੋਂ ਤੱਕ ਰਹੇਗਾ ਜਦ ਤੱਕ ਬਿਜਲੀ ਚੱਲੀ ਜਾਂਦੀ ਹੈ। ਜਦ ਬਿਜਲੀ ਗਈ ਤਾਂ ਖਤਮ ਹੋ ਜਾਏਗਾ, ਸਪਲਾਈ ਖਤਮ ਹੋ ਜਾਏਗੀ। ਇਸ ਰੈਮ ਦੀ 6 ਟਰਾਂਜ਼ਿਸਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਉੱਤੇ ਕੋਈ ਕੈਪੈਸਿਟਰ ਨਹੀਂ ਲੱਗਿਆ ਹੁੰਦਾ, ਇਹ ਸਿਰਫ ਆਪਾਂ ਪੜ੍ਹਨਾ ਹੈ। ਉਸ ਦੇ ਵਿੱਚ ਇਹਦੀਆਂ ਵਿਸ਼ੇਸ਼ਤਾਵਾਂ ਕੀ ਹੈ ਕਿ ਜ਼ਿਆਦਾ ਸਮੇਂ ਤੱਕ ਚੱਲਦੀ ਹੈ, ਇਸ ਨੂੰ ਰਿਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ, ਇਹ ਤੇਜ਼ ਹੁੰਦੀ ਹੈ, ਕੈਸ਼ ਮੈਮਰੀ ਵਜੋਂ ਵਰਤੀ ਜਾਂਦੀ ਹੈ, ਵੱਡੇ ਆਕਾਰ ਦੀ ਹੁੰਦੀ ਹੈ। ਇਹ ਇਸ ਦੀਆਂ ਜਿਹੜੀਆਂ ਨੇ ਇਹ ਵਿਸ਼ੇਸ਼ਤਾਵਾਂ ਨੇ। ਉਸ ਤੋਂ ਅੱਗੇ ਆ ਗਿਆ ਬੇਟੇ ਡਾਇਨਾਮਿਕ ਰੈਮ। ਡਾਇਨਾਮਿਕ ਰੈਮ ਦਾ ਕੀ ਮਤਲਬ ਹੈ, DRM ਵਿੱਚ ਰੈਮ ਡਾਟਾ ਨੂੰ ਸੰਭਾਲ ਕੇ ਰੱਖਣ ਲਈ ਵਾਰ-ਵਾਰ ਰੀਫਰੈਸ਼ ਕਰਨਾ ਪੈਂਦਾ ਹੈ। ਇਸ ਕੰਮ ਲਈ ਮੈਮਰੀ ਨੂੰ ਰਿਫਰੈਸ਼ ਸਰਕਟ ਉੱਤੇ ਲਾਇਆ ਜਾਂਦਾ ਹੈ, ਜੋ ਕਿ ਡਾਟਾ ਨੂੰ ਕਈ 100 ਵਾਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਲਿਖਦੀ ਹੈ। DRAM ਨੂੰ ਜ਼ਿਆਦਾਤਰ ਸਿਸਟਮ ਮੈਮਰੀ ਵਜੋਂ ਵਰਤਿਆ ਜਾਂਦਾ ਹੈ ਕਿਉਂਕਿ ਸਸਤੀ ਅਤੇ ਛੋਟੀ ਹੁੰਦੀ ਹੈ। ਸਾਰੀਆਂ DRAMs ਮੈਮਰੀ ਸੈੱਲ ਤੋਂ ਬਣੀਆਂ ਹੁੰਦੀਆਂ ਜਿਨ੍ਹਾਂ ਵਿੱਚ ਕੈਪੈਸਿਟਰ ਅਤੇ ਟਰਾਂਜ਼ਿਸਟਰ ਲੱਗਿਆ ਹੁੰਦਾ। ਦੇਖੋ ਇਹਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ ਕੀ ਹੈ। DRAM ਦਾ ਕੀ ਮਤਲਬ ਹੈ, ਇਹ ਰੈਮ ਆਪਾਂ ਲਾਉਣੇ ਆ, ਪਰ ਇਹਨੂੰ ਡਾਟਾ ਨੂੰ ਵਾਰੀ-ਵਾਰੀ ਰੀਫਰੈਸ਼ ਕਰਨ ਵਾਸਤੇ ਕੀ ਹੈ ਕਿ ਮਤਲਬ ਕਿ ਇਹਦੀ ਜਿਹੜੀ ਕੰਮ ਕਰਨ ਦੀ ਸਮਰੱਥਾ ਹੈ ਉਹਦੇ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਨੂੰ ਰੀਫਰੈਸ਼ ਜ਼ਿਆਦਾ ਵਾਰੀ ਕਰਨਾ ਪੈਂਦਾ ਹੈ।
ਇਹਨੂੰ ਰੈਮ ਇਹਦਾ ਆਕਾਰ ਘੱਟ ਹੁੰਦਾ ਹੈ, ਮਹਿੰਗੀ ਘੱਟ ਹੁੰਦੀ ਹੈ, ਪਰ ਇਸ ਕਰਕੇ ਇਹ ਜ਼ਿਆਦਾ ਵਰਤੀ ਜਾਂਦੀ ਹੈ ਜਾਣਕਾਰੀ ਵਾਸਤੇ ਕਿ ਇਹਦੇ ਵਿੱਚ ਜਿਹੜੀ ਹੈ ਉਹ ਜਾਣਕਾਰੀ ਪੂਰੀ ਆ ਸਕੇ। ਅੱਗੇ ਹੈ ਬੇਟੇ ਰੋਮ। ਰੋਮ ਦਾ ਪੂਰਾ ਨਾਮ ਹੈ ਜੀ ਰੀਡ ਓਨਲੀ ਮੈਮਰੀ। ਇਹ ਉਹ ਮੈਮਰੀ ਹੈ ਜਿਸ ਵਿੱਚੋਂ ਸਿਰਫ ਪੜ੍ਹਿਆ ਜਾ ਸਕਦਾ ਹੈ ਪਰ ਇਸ ਵਿੱਚ ਲਿਖਿਆ ਨਹੀਂ ਜਾ ਸਕਦਾ। ਇਹ ਸਥਾਈ ਰੂਪ ਦੀ ਮੈਮਰੀ ਹੈ। ਉਹ ਅਸਥਾਈ ਸੀ, ਇਹ ਸਥਾਈ ਹੈ। ਉਹਦੇ ਮੂਹਰੇ ਆੜਾ ਲੱਗਿਆ ਸੀ ਅਸਥਾਈ, ਇਹ ਸਥਾਈ ਹੈ, ਭਾਵ ਪਰਮਾਨੈਂਟ। ਇਸ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੰਪਿਊਟਰ ਨੂੰ ਬਣਵਾਉਂਦੇ ਨੇ ਜਾਂ ਆਪਾਂ ਸ਼ੁਰੂ ਕਰਨ ਵੇਲੇ ਉਹਨਾਂ ਵਿੱਚ ਸਥਾਈ ਰੂਪ 'ਚ ਪਹਿਲਾਂ ਹੀ ਭਰ ਦਿੰਦੇ ਨੇ ਇਹਦੇ ਵਿੱਚ ਡਾਟਾ, ਜਿਹੜਾ ਡਾਟਾ ਕੰਪਿਊਟਰ ਨੂੰ ਚਲਾਉਣ ਵਾਸਤੇ ਜ਼ਰੂਰੀ ਹੁੰਦਾ, ਜਿਹਨੂੰ ਆਪਾਂ ਬੂਟ ਸਟਰੈਪ ਕਹਿ ਜਾਂਦੇ ਹਾਂ। ਕਿ ਜਦ ਆਪਾਂ ਤੁਸੀਂ ਦੇਖਿਆ ਹੋਵੇਗਾ ਕਿ ਕੰਪਿਊਟਰ ਦਾ ਬਟਨ ਪ੍ਰੈਸ ਕਰਨ ਵੇਲੇ ਜਦੋਂ ਆਪਾਂ ਬਟਨ ਪ੍ਰੈਸ ਕਰ ਦਿੰਦੇ ਹਾਂ ਉਸ ਤੋਂ ਬਾਅਦ ਡਾਟਾ ਆਪਣੇ ਆਪ ਚੱਲਣਾ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਆਪਾਂ ਕਹਿੰਦੇ ਜੀ ਬੂਟ ਪ੍ਰੋਸੈਸ ਜਾਂ ਬੂਟ ਸਟਰੈਪ। ਉਹ ਜਾਣਕਾਰੀ ਉਹ ਜਿਹੜੀ ਹੈ ਉਹਨੂੰ ਆਪਾਂ ਸਾਂਭ ਕੇ ਰੱਖਦੇ ਹਾਂ ਜੀ ਰੋਮ ਦੇ ਵਿੱਚ। ਉਹ ਕੌਣ ਭਰਦਾ ਹੈ ਜੀ? ਉਹ ਕੰਪਿਊਟਰ ਬਣਾਉਣ ਵਾਲੇ ਪਹਿਲਾਂ ਤੋਂ ਹੀ ਭਰ ਕੇ ਆਪਾਂ ਨੂੰ ਦਿੰਦੇ ਹਨ। ਹੋਰ ਕੀ ਹੈ ਕਿ ਇਸ ਵਿੱਚ ਹੋਰ ਇਲੈਕਟ੍ਰੋਨਿਕ ਮਸ਼ੀਨਾਂ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ, ਓਵਨ ਆਦਿ 'ਚ ਵੀ ਵਰਤੀਆਂ ਜਾਂਦੀਆਂ, ਜਿਸ ਨੂੰ ਫਰਮਵੇਅਰ ਕਿਹਾ ਜਾਂਦਾ ਹੈ। ਦੇਖੋ ਤੁਸੀਂ ਵੇਖਿਆ ਹੋਏਗਾ ਮਾਈਕ੍ਰੋਵੇਵ, ਓਵਨ ਜਾਂ ਆਪਣੇ ਘਰਾਂ 'ਚ ਵਾਸ਼ਿੰਗ ਮਸ਼ੀਨਸ ਆਉਂਦੀਆਂ ਨੇ, ਉਹਦੇ ਵਿੱਚ ਜਿਹੜੀਆਂ ਆਟੋਮੈਟਿਕ ਵਾਸ਼ਿੰਗ ਮਸ਼ੀਨ ਹੁੰਦੀਆਂ ਨੇ ਉਹਦੇ ਵਿੱਚ ਜਾਣਕਾਰੀ ਪਹਿਲਾਂ ਹੀ ਭਰੀ ਹੁੰਦੀ ਹੈ ਕਿ ਤੁਸੀਂ ਇੰਨੇ ਵੱਜ ਕੇ ਇੰਨੇ ਸਕਿੰਟ ਜਿਹੜੇ ਹੈਗੇ ਉਹਦੇ ਟਾਈਮਰ ਕਿਸ ਤਰੀਕੇ ਨਾਲ ਲੱਗਣਾ ਹੈ, ਉਹਦੇ ਵਿੱਚ ਉਹਨੇ ਪਾਣੀ ਕਿੰਨਾ ਲੈਣਾ ਹੈ, ਉਹ ਸਭ ਕੁਝ ਉਹਦੇ ਵਿੱਚ ਡਾਟਾ ਭਰਿਆ ਹੁੰਦਾ ਹੈ। ਜਦੋਂ ਵੀ ਤੁਸੀਂ ਪਾਣੀ ਵਗੈਰਾ ਭਰਦੇ ਹੋ ਤਾਂ ਤੁਹਾਨੂੰ ਬਜ਼ਰ ਦੀ ਆਵਾਜ਼ ਜਾਂ ਜੇ ਬੀਪ ਦੀ ਆਵਾਜ਼ ਦਿੰਦਾ ਹੈ ਕਿ ਪਾਣੀ ਇਹ ਤੋਂ ਜ਼ਿਆਦਾ ਨਹੀਂ ਭਰਨਾ ਜਾਂ ਇਹ ਤੋਂ ਘੱਟ ਨਹੀਂ ਭਰਨਾ, ਉਹ ਤੁਹਾਨੂੰ ਬਕਾਇਦਾ ਦੱਸਦਾ ਹੈ। ਉਹ ਸਭ ਕੁਝ ਰੋਮ ਲੱਗੀ ਹੁੰਦੀ ਹੈ ਉਹਦੇ ਵਿੱਚ, ਜੋ ਰੋਮ ਦੇ ਵਿੱਚ ਜਿੰਨਾ ਡਾਟਾ ਸਟੋਰ ਹੁੰਦਾ ਹੈ ਉੱਥੇ ਜਾ ਕੇ ਉਹ ਤੁਹਾਨੂੰ ਦੱਸ ਦਿੰਦਾ ਹੈ। ਫਰਮਵੇਅਰ ਵੀ ਇਸ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਰੋਮ ਨੂੰ। ਅੱਗੇ ਬੇਟੇ ਇਹ ਪੜ੍ਹਨ ਵਾਲੀਆਂ ਕਿਸਮਾਂ ਨੇ। ਐਮ ਰੋਮ ਇਹਦੀਆਂ ਕਿਸਮਾਂ ਨੇ ਸਾਰੀਆਂ। ਇਹਨੂੰ ਆਪਾਂ ਸਿੰਪਲ ਛੋਟਾ ਛੋਟਾ ਪੜ੍ਹਨਾ ਹੈ ਕਿ ਐਮ ਰੋਮ ਮਾਸਕਡ ਰੋਮ, ਪੀ ਰੋਮ ਪ੍ਰੋਗਰਾਮੇਬਲ ਰੀਡ ਓਨਲੀ ਰੋਮ, ਈ ਪ੍ਰੋਮ ਇਰੇਜ਼ੇਬਲ ਐਂਡ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਈ ਪ੍ਰੋਮ ਇਲੈਕਟ੍ਰੋਨਿਕਲੀ ਇਰੇਜ਼ੇਬਲ ਐਂਡ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਮੈਂ ਛੋਟਾ ਥੋੜ੍ਹਾ ਇਸ ਬਾਰੇ ਦੱਸ ਦਿੰਦਾ ਹਾਂ। ਮਾਸਕਡ ਰੋਮ ਹੁੰਦੀ ਬੇਟੇ ਕਿ ਪਹਿਲਾਂ ਜਦੋਂ ਆਪਾਂ ਪਹਿਲਾਂ ਹੁੰਦੇ ਸੀ ਸਮੇਂ 'ਤੇ ਰੋਮ ਬਣੇ ਹੁੰਦੇ ਤਾਰਾਂ ਦੇ ਬਣੇ ਹੁੰਦੇ ਸੀ। ਹੁਣ ਇਹਦੇ 'ਚ ਕੀ ਆ ਗਿਆ ਕਿ ਉਹਨੂੰ ਉਦੋਂ ਉਹਨਾਂ ਤਰ੍ਹਾਂ ਜਿਹੜੀ ਰੋਮ ਸੀ ਉਹਨੂੰ ਮਾਸਕਡ ਰੋਮ ਕਿਹਾ ਜਾਂਦਾ ਸੀ। ਇਹ ਸਸਤੀਆਂ ਹੁੰਦੀਆਂ ਹਨ। ਪੀ ਰੋਮ ਦਾ ਮਤਲਬ ਪ੍ਰੋਗਰਾਮੇਬਲ, ਇਹ ਸਿਰਫ ਇੱਕ ਵਾਰ ਆਪਾਂ ਬਦਲ ਕੇ ਇਹਦੇ ਵਿੱਚ ਜੋ ਭਰ ਸਕਦੇ ਹਾਂ ਬਸ, ਉਸ ਤੋਂ ਬਾਅਦ ਇਹ ਜੇ ਦੁਬਾਰਾ ਭਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਖਰਾਬ ਹੋ ਜਾਏਗੀ। ਈ ਪ੍ਰੋਮ ਦਾ ਮਤਲਬ ਹੈ ਕਿ ਇਸ ਦੇ ਵਿੱਚ ਕੀ ਹੈ, ਵੱਧ ਤੋਂ ਵੱਧ 10 ਸਾਲ ਤੱਕ ਇਸ ਵਿੱਚ ਡਾਟਾ ਰਹਿ ਸਕਦਾ ਹੈ। ਅਲਟਰਾਵਾਇਲਟ ਲਾਈਟ ਨਾਲ ਇਹਨੂੰ ਸਾਫ਼ ਕਰਕੇ ਇਰੇਜ਼ ਕਰਕੇ ਇਹ 'ਚ ਡਾਟਾ ਭਰਿਆ ਜਾ ਸਕਦਾ ਹੈ। ਸਭ ਨਾਲੋਂ ਵਧੀਆ ਜਿਹੜੀ ਹੈ ਉਹ ਲਾਸਟ ਵਾਲੀ ਹੈ ਈ ਪ੍ਰੋਮ, ਕਿ ਇਸ ਨੂੰ ਵਾਰ-ਵਾਰ ਤੁਸੀਂ ਲਗਭਗ 10,000 ਵਾਰ ਮਿਟਾਇਆ ਅਤੇ ਦੁਬਾਰਾ ਪ੍ਰੋਗਰਾਮ ਕਰਨ ਲਈ ਭਰ ਸਕਦੇ ਹੋ। ਉਹਦੇ ਵਿੱਚ ਜਿੰਨੇ ਵਾਰੀ ਮਰਜ਼ੀ ਡਾਟਾ ਤੁਸੀਂ ਭਰ ਕੇ ਇਰੇਜ਼ ਕਰਕੇ ਦੁਬਾਰਾ ਭਰ ਸਕਦੇ ਹੋ। ਇੱਕ ਇਹਦੇ 'ਚ ਦੱਸਿਆ ਜੀ ਬੜੀ ਵਧੀਆ ਚੀਜ਼, ਮਿਲੀ ਸੈਕਿੰਡਸ ਕਿੰਨੇ ਹੁੰਦੇ ਨੇ। ਮਿਲੀ ਸੈਕਿੰਡ ਹੁੰਦਾ ਬੇਟੇ 1 ਸੈਕਿੰਡ ਦਾ 1000ਵਾਂ ਹਿੱਸਾ, ਜਿਹਨੂੰ ਆਪਾਂ ਕਹਿੰਦੇ ਹਾਂ ਜੀ ਮਿਲੀ ਸੈਕਿੰਡਸ। ਇਹ ਰੋਮ ਦੇ ਲਾਭ ਨੇ। ਇਹ ਸਥਾਈ ਮੈਮਰੀ ਹੁੰਦੀ, ਮੈਂ ਜੇ ਤੁਹਾਨੂੰ ਦੱਸ ਸਕਾਂ। ਇਹਦਾ ਕਿਸੇ ਦੁਰਘਟਨਾ ਨਾਲ ਵੀ ਬਦਲ ਨਹੀਂ ਸਕਦਾ। ਕਿ ਜੇ ਫਰਜ਼ ਕਰੋ ਰੋਮ ਦੇ ਵਿੱਚ ਕੀ ਹੁੰਦਾ ਹੈ ਕਿ ਰੋਮ ਦੇ ਵਿੱਚ ਤੁਸੀਂ ਕਿਸੇ ਪਾਣੀ 'ਚ ਡਿੱਗ ਜਾਵੇ ਜਾਂ ਕਈ ਜਗ੍ਹਾ 'ਤੇ ਤਾਂ ਜੋ ਇਹ ਵੀ ਹੋ ਸਕਦਾ ਕਿ ਫਾਇਰ ਰਿਪੈਲੈਂਟ ਵੀ ਹੁੰਦੀਆਂ ਕਿ ਜੇ ਸੜ ਵੀ ਜਾਣ ਤਾਂ ਪਾਸੇ ਵਾਲਾ ਕੇਸ ਸੜ ਜਾਏਗਾ, ਇਹਦੇ ਵਿਚਲਾ ਡਾਟਾ ਖਰਾਬ ਨਹੀਂ ਹੋਏਗਾ। ਇਹ ਸਸਤੀ ਹੁੰਦੀ ਹੈ, ਇਹ ਸਟੈਟਿਕ ਹੁੰਦੀ, ਇਹਨੂੰ ਵਾਰੀ ਰੀਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ। ਅੱਗੇ ਆ ਗਿਆ ਬੇਟਾ ਆਪਾਂ ਪੜ੍ਹਦੇ ਹਾਂ ਜੀ ਐਕਸਟਰਨਲ ਮੈਮਰੀ। ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਸੀਗਾ ਐਕਸਟਰਨਲ ਮੈਮਰੀ ਦਾ ਕੀ ਮਤਲਬ ਹੈ। ਜਿਸ ਤਰੀਕੇ ਨਾਲ ਆਪਣੇ ਕੋਲ ਹਾਰਡ ਡਿਸਕ ਦੀ ਫੋਟੋ ਦਿੱਤੀ ਹੋਈ ਹੈ ਕਿ ਜਿਹੜੀ ਮੈਮਰੀ ਪੱਕੇ ਤੌਰ 'ਤੇ ਡਾਟਾ ਸਟੋਰ ਕਰਨ ਲਈ ਵਰਤੀ ਜਾਂਦੀ ਹੈ ਪਰ ਸਿੱਧੀਆਂ ਇਸਤੇਮਾਲ ਨਹੀਂ, CPU ਨੂੰ ਸਿੱਧਾ ਇਸਤੇਮਾਲ ਨਹੀਂ ਕਰਨਾ। ਇਹ ਬਾਹਰ ਆਪਣੇ ਕੋਲ ਜਿਵੇਂ ਹਾਰਡ ਡਿਸਕ ਵੀ ਹੋ ਸਕਦੀ ਹੈ, ਪੈਨ ਡਰਾਈਵ ਵੀ ਹੋ ਸਕਦੀ ਹੈ, ਆਪਣੇ ਕੋਲ ਕਾਰਡ ਵੀ ਹੋ ਸਕਦਾ ਹੈ। ਇਹਨਾਂ ਸਾਰੀਆਂ ਜਿਹਨੂੰ ਅਲੱਗ-ਅਲੱਗ ਨੇ, CD ਵੀ ਹੋ ਸਕਦੀ ਹੈ, DVD ਵੀ ਹੋ ਸਕਦੇ ਨੇ, ਜਿਨ੍ਹਾਂ ਨੂੰ ਆਪਾਂ ਨੂੰ ਬਾਹਰ ਤੋਂ ਵਰਤਣਾ ਪੈਂਦਾ ਹੈ। ਜਿਹੜੀਆਂ ਪੱਕੇ ਤੌਰ 'ਤੇ ਡਾਟਾ ਆਪਣੇ ਕੋਲ ਸਟੋਰ ਕਰਕੇ ਰੱਖਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਐਕਸਟਰਨਲ ਮੈਮਰੀ। ਇਹਦੀਆਂ ਵਿਸ਼ੇਸ਼ਤਾਵਾਂ ਨੇ। ਇਹ ਮੈਗਨੈਟਿਕ ਅਤੇ ਆਪਟੀਕਲ ਮੈਮਰੀ ਹੁੰਦੀ ਹੈ। ਦੁਬਾਰਾ ਰੀਯੂਜ਼ੇਬਲ ਹੁੰਦੀ ਹੈ, ਮਤਲਬ ਦੁਬਾਰਾ ਵਰਤਿਆ ਜਾ ਸਕਦਾ ਹੈ। ਬਿਜਲੀ ਚਲੀ ਵੀ ਜਾਵੇ ਡਾਟਾ ਪੱਕੇ ਤੌਰ 'ਤੇ ਸਟੋਰ ਰਹਿੰਦਾ ਹੈ। ਭਰੋਸੇਯੋਗ ਹੈ। ਵਰਤੋਂ 'ਚ ਆਸਾਨੀ ਹੁੰਦੀ ਹੈ। ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਆਪਾਂ ਜਿੰਨੀ ਆਪਣੀ ਮਰਜ਼ੀ ਸਮਰੱਥਾ, ਤੁਸੀਂ ਦੇਖਿਆ ਹੋਵੇਗਾ ਕਿ ਆਮ ਜਿਹੜੀ CD ਹੈ ਉਹ 650 ਤੋਂ ਲੈ ਕੇ 700 MB ਤੱਕ ਡਾਟਾ ਸਟੋਰ ਕਰ ਸਕਦੀ ਹੈ। DVD ਦੇ ਉੱਪਰ GB ਸਟੋਰ ਹੋ ਜਾਂਦਾ 2 ਜਾਂ 3 GB। ਉਸ ਤੋਂ ਅੱਗੇ ਹਾਰਡ ਡਿਸਕ ਜਿਹੜੀਆਂ ਨੇ ਉਹ ਤੁਸੀਂ ਮਰਜ਼ੀ 1 ਟੈਰਾਬਾਈਟ ਦੀ ਵੀ ਹਾਰਡ ਡਿਸਕ, 2 ਟੈਰਾਬਾਈਟ ਦੀ, 3 ਟੈਰਾਬਾਈਟ ਦੀ ਵੀ ਹਾਰਡ ਡਿਸਕ ਜਿਹੜੀ ਹੈ, ਜਿਹੜੀ ਬਹੁਤ ਜ਼ਿਆਦਾ
ਜਿਹਦੇ 'ਚ ਮੈਮਰੀ ਸਟੋਰ ਹੋ ਸਕਦੀ ਹੈ, ਉਹ ਵੀ ਆਪਾਂ ਲੈ ਸਕਦੇ ਹਾਂ। ਕੀਮਤ ਜਿਹੜੀ ਹੈਗੀ ਹੈ ਇਹ ਸਸਤੀ ਪੈਂਦੀ ਹੈ, ਜਿਹਨੂੰ ਕੀਮਤ ਜਿਹੜੀ ਹੈਗੀ ਇਹਨੂੰ ਸਸਤੀ ਪੈਂਦੀ ਹੈ। ਅੱਗੇ ਬੇਟੇ ਡਾਇਰੈਕਟ ਅਸੈਸ ਅਤੇ ਸਿਕੁਐਂਸ਼ੀਅਲ ਅਸੈਸ, ਇਸ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਸਿਕੁਐਂਸ਼ੀਅਲ ਅਸੈਸ ਅਤੇ ਡਾਇਰੈਕਟ ਅਸੈਸ ਦਾ ਕੀ ਮਤਲਬ? ਸਿਕੁਐਂਸ਼ੀਅਲ ਦਾ ਮਤਲਬ ਹੁੰਦਾ ਇੱਕ ਸੀਕੁਐਂਸ ਦੇ ਵਿੱਚ। ਜਿਵੇਂ ਪੁਰਾਣੇ ਸਮੇਂ ਦੇ ਵਿੱਚ, ਜਾਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਆਪਾਂ ਟੇਪ ਰਿਕਾਰਡ ਦਾ ਜ਼ਮਾਨਾ ਸੀ, ਟੇਪਸ ਚੱਲਦੀਆਂ ਸੀ, ਅਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜੇ ਤੁਹਾਨੂੰ ਫਰਜ਼ ਕਰੋ ਇੱਕ ਸਾਈਡ 'ਤੇ 4 ਗਾਣੇ ਭਰੇ ਹੋਏ ਨੇ, ਅਤੇ ਤੁਸੀਂ ਤੀਜਾ ਗਾਣਾ ਸੁਣਨਾ ਹੈ, ਤਾਂ ਤੁਹਾਨੂੰ ਜਾਂ ਤਾਂ ਚੌਥੇ ਗਾਣਾ ਜਿਹੜਾ ਜੇ ਲੰਘ ਚੁੱਕਿਆ ਤਾਂ ਵਾਪਸ ਤੀਜੇ ਗਾਣੇ 'ਤੇ ਬੈਕ ਕਰਕੇ ਆਉਣਾ ਪਏਗਾ। ਜੇ ਸ਼ੁਰੂ ਤੋਂ ਚੱਲਦੇ ਆ ਤਾਂ ਸ਼ੁਰੂ ਤੋਂ ਤੁਹਾਨੂੰ ਅੱਗੇ ਕੱਢ ਕੇ ਤੀਜੇ ਗਾਣੇ 'ਤੇ ਜਾਣਾ ਪਏਗਾ। ਸਾਰਾ ਗਾਣਾ ਜਿਹੜਾ ਹੈ ਉਹ ਤੇਜ਼ੀ ਨਾਲ ਤੁਹਾਨੂੰ ਫਾਰਵਰਡ ਕਰਨਾ ਪਏਗਾ, ਤਦ ਤੁਸੀਂ ਉਸ ਤੱਕ ਪਹੁੰਚ ਜਾਓਗੇ। ਮਤਲਬ ਪਹਿਲਾਂ ਵਾਲੇ ਗਾਣਿਆਂ ਤੋਂ ਉੱਪਰ ਦੀ ਲੰਘਣਾ ਪਏਗਾ, ਫਿਰ ਤੁਸੀਂ ਉੱਥੇ ਜਾ ਕੇ ਪਹੁੰਚ ਸਕਦੇ ਹੋ। ਸਿਕੁਐਂਸ਼ੀਅਲ ਕਿ ਸੀਕੁਐਂਸ 'ਚ ਲੱਗੇ, ਤੁਸੀਂ ਬਦਲ ਨਹੀਂ ਸਕਦੇ। ਇਹ ਨਹੀਂ ਚਾਹ ਸਕਦੇ ਤੁਹਾਡਾ ਚੌਥਾ ਪਹਿਲਾਂ ਲੱਗ ਜੇ, ਪਹਿਲਾਂ ਵਾਲਾ ਪਿੱਛੇ ਚਲੇ ਜਾਵੇ, ਨਹੀਂ। ਤੁਸੀਂ ਉਹਨਾਂ ਨੂੰ ਲੰਘ ਕੇ ਅੱਗੇ ਜਾ ਕੇ ਤੁਸੀਂ ਉਸ ਗਾਣੇ ਨੂੰ ਚਲਾ ਸਕਦੇ ਹੋ। ਇਵੇਂ ਹੀ ਇੱਥੇ ਹੁੰਦਾ ਕਿ ਡਾਟਾ ਨੂੰ ਸਿਕੁਐਂਸ਼ੀਅਲ ਅਸੈਸ ਦਾ ਮਤਲਬ ਹੈ ਕਿ ਡਾਟਾ ਜਿੱਥੇ ਪਿਆ ਹੋਇਆ ਹੈ, ਤੁਸੀਂ ਪਹਿਲਾਂ ਵਾਲੇ ਡਾਟਾ ਦੇ ਥਰੂ ਜਾ ਸਕਦੇ ਆ। ਉਸ ਤੋਂ ਇਹ ਨਹੀਂ ਹੋ ਸਕਦਾ ਕਿ ਤੁਸੀਂ ਉਸ ਤੋਂ ਡਾਇਰੈਕਟ ਹੀ ਤੁਸੀਂ ਉੱਥੇ ਚਲੇ ਜਾਓ ਜੀ। ਅੱਗੇ ਆ ਗਿਆ ਜੀ ਡਾਇਰੈਕਟ ਅਸੈਸ। ਨਾਂ ਤੋਂ ਸਪਸ਼ਟ ਹੈ ਬੇਟੇ, ਡਾਇਰੈਕਟ ਐਕਸੈਸ ਦਾ ਮਤਲਬ ਹੁੰਦਾ ਜੀ ਕਿਸੇ ਚੀਜ਼ ਨੂੰ ਚਲਾਉਣਾ, ਕਿਸੇ ਚੀਜ਼ ਨੂੰ ਸਟਾਰਟ ਕਰਨਾ, ਆਪਾਂ ਕਹਿ ਸਕਦੇ ਹਾਂ। ਡਾਇਰੈਕਟ ਅਸੈਸ ਦਾ ਮਤਲਬ ਕੀ ਹੈ ਕਿ ਜੇ ਫਰਜ਼ ਕਰੋ ਇੱਕ CD ਦੇ ਵਿੱਚ 600 ਗਾਣੇ ਭਰੇ ਹੋਏ ਨੇ, ਤਾਂ ਤੁਸੀਂ ਉਸ ਦੇ ਵਿੱਚੋਂ 323ਵਾਂ ਗਾਣਾ ਚਲਾਉਣਾ ਉਦਾਹਰਨ ਦੇ ਤੌਰ 'ਤੇ, ਤਾਂ ਤੁਸੀਂ ਸਿੱਧਾ ਜਾ ਕੇ 323ਵੇਂ 'ਤੇ ਕਲਿੱਕ ਕਰੋ ਤਾਂ ਸਿਰਫ ਉਹੀ ਚੱਲੇਗਾ। ਡਾਇਰੈਕਟ ਅਸੈਸ ਉਹੀ ਹੋਏਗਾ। ਤੁਹਾਨੂੰ ਪਹਿਲਾਂ ਵਾਲੇ 322 ਗਾਣੇ ਜਿਹੜੇ ਆ ਉਹਦੇ ਉੱਪਰ ਜਾਣ ਦੀ ਲੋੜ ਨਹੀਂ ਪਏਗੀ, ਸਿੱਧਾ 323ਵਾਂ ਗਾਣਾ ਹੀ ਚੱਲ ਜਾਏਗਾ। ਇਸੇ ਤਰੀਕੇ ਨਾਲ ਇਹਦੇ ਵਿੱਚ ਇਹ ਚੀਜ਼ ਹੁੰਦੀਆਂ ਨੇ। ਇਹਦੀਆਂ ਐਗਜ਼ਾਮਪਲਸ ਨੇ। ਸਿਕੁਐਂਸ਼ੀਅਲ ਅਸੈਸ ਦੇ ਵਿੱਚ ਹੁੰਦੀ ਹੈ ਮੈਗਨੈਟਿਕ ਟੇਪ, ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ। ਡਾਇਰੈਕਟ ਅਸੈਸ ਦੇ ਵਿੱਚ ਫਲੋਪੀ ਡਿਸਕ, ਹਾਰਡ ਡਿਸਕ, CD, DVD, ਫਲੈਸ਼ ਡਰਾਈਵ ਕਹਿੰਦੇ ਜਿਹੜਾ ਤੁਹਾਡਾ ਪੈਨ ਡਰਾਈਵ ਨੂੰ, ਅਤੇ ਮੈਮਰੀ ਕਾਰਡ ਵਿੱਚ ਵੀ ਐਵੇਂ ਆਪਾਂ ਕਰ ਸਕਦੇ ਹਾਂ ਜੀ। ਇਹ ਸਭ ਕੁਛ ਉਹਦੇ ਬਾਰੇ ਦੱਸਿਆ ਗਿਆ ਬੇਟੇ। ਅੱਗੇ ਆ ਗਿਆ ਮੈਗਨੈਟਿਕ ਡਿਸਕ ਦਾ ਫਿਜ਼ੀਕਲ ਭੌਤਿਕ ਸਟਰਕਚਰ। ਦੇਖੋ ਤੁਸੀਂ ਇਸ ਤਰੀਕੇ ਨਾਲ ਮੈਗਨੈਟਿਕ ਡਿਸਕ ਦੇਖੀ ਹੋਏਗੀ, ਜਾਂ ਆਪਾਂ CD ਕਹਿ ਸਕਦੇ ਹਾਂ ਦੇਖੀ ਹੋਏਗੀ। ਉਸ ਦੇ ਵਿੱਚ ਵੀ ਕੀ ਹੁੰਦਾ ਕਿ 2 ਚੀਜ਼ਾਂ ਹੁੰਦੀਆਂ ਨੇ। ਇੱਕ ਬਣੇ ਹੁੰਦੇ ਆ ਜੀ ਇਸ ਦੇ ਵਿੱਚ ਸੈਕਟਰਸ, ਫਿਰ ਇੱਕ ਹੁੰਦਾ ਜੀ ਟਰੈਕਸ। ਆਪਾਂ ਇੱਥੇ ਪੜ੍ਹਦੇ ਹਾਂ ਇਕੱਲਾ ਟਰੈਕਸ। ਟਰੈਕਸ ਕੀ ਹੁੰਦੇ ਨੇ? ਦੇਖੋ ਇਹ ਟਰੈਕਸ ਨੇ, ਜਿਹੜੇ ਇਹ ਲਾਈਨਾਂ ਵੱਜੀਆਂ ਹੋਈਆਂ ਇਸ ਤਰੀਕੇ ਨਾਲ ਟਰੈਕਸ ਨੇ। ਹਰ ਟਰੈਕ ਦੇ ਵਿੱਚ ਜਿਹੜੇ ਨੇ 0 ਤੋਂ ਸ਼ੁਰੂ ਹੋ ਜਾਂਦੇ ਨੇ, ਅੰਦਰ ਤੋਂ ਬਾਹਰ ਤਰਫ, ਅੰਦਰ ਤੋਂ ਜਾਂ ਬਾਹਰ ਤੋਂ ਅੰਦਰ ਦੀ ਤਰਫ। ਸਭ ਨਾਲੋਂ ਪਹਿਲਾਂ 000 ਟਰੈਕ ਇਹ ਹੈ, ਉਹ ਤੋਂ 0001, 0002, 003, 4, 5, 6 ਇਸ ਤਰੀਕੇ ਨਾਲ ਚੱਲਦੇ ਜਾਂਦੇ ਆ। ਉੱਪਰ ਤੋਂ ਅੰਦਰ ਨੂੰ ਸ਼ੁਰੂ ਹੁੰਦੇ ਆ। ਪਹਿਲਾਂ ਸਭ ਨਾਲੋਂ ਉੱਪਰ, ਫਿਰ ਉਸ ਤੋਂ ਬਾਅਦ ਨੀਚੇ ਨੂੰ ਜੋ ਜਾਂਦੇ ਉਹਦੇ ਟਰੈਕ ਦਾ ਨੰਬਰ ਵੱਧਦਾ ਜੁੜਿਆ ਜਾਂਦਾ ਜੀ। ਆ ਜਿਵੇਂ 200 ਟਰੈਕਸ ਦਿਖਾਏ ਨੇ ਇਸ ਦੇ ਉੱਪਰ। 200 ਟਰੈਕਸ ਦੇ ਵਿੱਚ ਆਹ ਪਹਿਲਾ ਹੈ, ਜਿੱਥੇ ਮੈਂ ਹੁਣ ਕਰਸਰ ਮੂਵ ਕਰ ਰਿਹਾ ਹਾਂ। ਉਸ ਤੋਂ ਬਾਅਦ ਫਿਰ ਇਸ ਦੂਜਾ, ਤੀਜਾ, ਚੌਥਾ, ਇਸ ਤਰੀਕੇ ਨਾਲ ਇਹਨੂੰ ਜਾਂਦਾ 199 ਟਰੈਕ ਦੇ ਉੱਪਰ ਇਹ ਪਹੁੰਚ ਜਾਏਗਾ ਜੀ। ਇਹਨਾਂ ਟਰੈਕਸ ਦੇ ਵਿੱਚ ਹੀ ਜਾਣਕਾਰੀ ਜਿਹੜੀ ਹੈ ਉਹ ਸਟੋਰ ਹੁੰਦੀ ਹੈ। ਅੱਗੇ ਆ ਗਿਆ ਬੇਟੇ ਸੈਕਟਰ। ਸੈਕਟਰ ਦਾ ਮਤਲਬ ਕੀ ਹੈ? ਡਿਸਕ ਦਾ ਹਰੇਕ ਟਰੈਕ ਛੋਟੇ ਛੋਟੇ ਹਿੱਸਿਆਂ 'ਚ ਵੰਡਿਆ ਜਾਂਦਾ, ਇਸ ਨੂੰ ਸੈਕਟਰ ਕਿਹਾ ਜਾਂਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਇਹ ਟਰੈਕਸ ਨੇ ਜਿਹੜੀਆਂ ਲਾਈਨਾਂ ਇਸ ਤਰੀਕੇ ਨਾਲ ਵੱਜੀਆਂ ਹੋਈਆਂ, ਇਸ ਤਰੀਕੇ ਨਾਲ ਜਿਵੇਂ ਮੈਂ ਪੁਆਇੰਟਰ ਮੂਵ ਕਰ ਰਿਹਾ ਨਾ, ਇਸ ਤਰੀਕੇ ਨਾਲ ਇਹ ਟਰੈਕਸ ਨੇ। ਅਤੇ ਆਹ ਜਿਹੜੇ ਬਣੇ ਹੋਏ ਨੇ ਇਹ ਵਾਲੇ, ਜਿਵੇਂ ਇਹ ਹਿੱਸੇ ਬਣੇ ਹੋਏ ਨੇ ਇਸ ਤਰੀਕੇ ਨਾਲ, ਇਹਨਾਂ ਨੂੰ ਕਹਿੰਦੇ ਜੀ ਸੈਕਟਰ। ਸੈਕਟਰ ਹਿੱਸੇ ਕਹਿ ਲਓ ਜਾਂ ਸੈਕਟਰ ਕਹਿ ਲਓ, ਕਿ ਉਹਦੇ ਵਿੱਚ ਸਟੋਰੇਜ ਸਮਰੱਥਾ ਜਿਹੜੀ ਆ ਉਹ ਪਰ ਸੈਕਟਰ, ਪਰ ਟਰੈਕਸ ਇਸ ਤਰੀਕੇ ਨਾਲ ਮਾਪੀ ਜਾਂਦੀ ਆ। ਨੀਚੇ ਦਾ ਫਾਰਮੂਲਾ ਦਿੱਤਾ ਹੋਇਆ ਜੀ। ਅੱਗੇ ਬੇਟੇ ਕੰਪਿਊਟਰ ਟਰਮੀਨੋਲੋਜੀ ਵਿੱਚ ਜਨਰੇਸ਼ਨ ਤੋਂ ਭਾਵ ਹੈ ਕੰਪਿਊਟਰ ਦੀ ਤਕਨੋਲੋਜੀ 'ਚ ਬਦਲਾਅ। ਜੇ ਆਪਾਂ ਵੈਸੇ ਇੰਗਲਿਸ਼ 'ਚ ਗੱਲ ਕਰੀਏ ਤਾਂ ਜਨਰੇਸ਼ਨ ਲਿਆ ਜਾਂਦਾ ਹਿਊਮਨ ਜਨਰੇਸ਼ਨ ਦਾ ਮਤਲਬ ਹੁੰਦਾ ਕਿ ਮਾਨਵ ਦੀਆਂ ਪੀੜ੍ਹੀਆਂ ਕਿਸ ਤਰੀਕੇ ਨਾਲ, ਜਿਵੇਂ ਪਹਿਲੀ ਪੀੜ੍ਹੀ, ਦੂਜੀ ਪੀੜ੍ਹੀ, ਤੀਜੀ ਪੀੜ੍ਹੀ, ਇਸ ਤਰੀਕੇ ਨਾਲ। ਕੰਪਿਊਟਰ 'ਚ ਜਨਰੇਸ਼ਨ ਦਾ ਮਤਲਬ ਹੁੰਦਾ ਕਿ ਟੈਕਨੋਲੋਜੀ 'ਚ ਕਿਵੇਂ ਬਦਲਾਅ ਆਇਆ, ਕਿ ਸਭ ਨਾਲੋਂ ਪਹਿਲਾਂ ਵਾਲੇ ਕੰਪਿਊਟਰ ਕਿਵੇਂ ਸੀ। ਤੁਹਾਨੂੰ ਮੈਂ ਦੱਸ ਦਿਆਂ ਕਿ ਸਭ ਨਾਲੋਂ ਪਹਿਲਾਂ ਜਿਹੜੇ ਕੰਪਿਊਟਰ ਸੀ ਉਹ ਇੱਕ ਕੰਪਿਊਟਰ ਇੱਕ 2 ਕਮਰਿਆਂ ਦੇ ਵਿੱਚ ਆਉਂਦਾ ਸੀ, ਏਡੇ ਵੱਡੇ ਕੰਪਿਊਟਰ ਸੀ। ਅਤੇ ਅੱਜ ਕੱਲ੍ਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਮਿਨੀ ਜਿਹੜੇ ਕੰਪਿਊਟਰ ਨੇ, ਬਹੁਤ ਛੋਟੇ ਵੀ ਆਪਣੇ ਕੋਲ ਆ ਗਏ ਨੇ। ਜਿਵੇਂ ਲੈਪਟਾਪ ਹੈ, ਲੈਪਟਾਪ ਤੋਂ ਵੀ ਈਵਨ ਕਿ ਜਿਹੜੇ ਵਧੀਆ ਤੋਂ ਵਧੀਆ ਜਿਹੜੇ ਟੈਕਨੋਲੋਜੀ ਵਾਈਜ਼ ਜਿਹੜੇ ਨਵੀਆਂ ਚੀਜ਼ਾਂ ਉਹ ਆ ਰਹੀਆਂ ਜੀ। ਸੋ ਆਪਾਂ ਪਹਿਲੀ ਜਨਰੇਸ਼ਨ ਦੀ ਗੱਲ ਕਰਦੇ ਹਾਂ, ਉਹ 1942 ਤੋਂ ਲੈ ਕੇ 1955 ਤੱਕ ਪਹਿਲੀ ਜਨਰੇਸ਼ਨ ਨੂੰ ਮੰਨਿਆ ਗਿਆ ਹੈ।
ਇਹਦੇ 'ਚ ਮੈਮਰੀ ਅਤੇ CPU ਲਈ ਵੈਕਿਊਮ ਟਿਊਬਾਂ ਵਰਤੀਆਂ ਜਾਂਦੀਆਂ ਸੀ। ਇਹ ਦੇਖੋ ਵੈਕਿਊਮ ਟਿਊਬ ਜਿਹੜੀ ਹੈ ਇਸ ਤਰੀਕੇ ਨਾਲ ਵਰਤੀ ਜਾਂਦੀ ਸੀ। ਜੇ ਕਿਤੇ ਤੁਹਾਨੂੰ ਦੇਖਣ ਨੂੰ ਮਿਲੇ ਤਾਂ ਵੈਕਿਊਮ ਟਿਊਬ ਇਸ ਤਰੀਕੇ ਦੀ ਬਣਾਈ ਜਾਂਦੀ ਸੀ, ਇੱਕ ਬਲਬ ਟਾਈਪ, ਜਿਹਦੇ ਵਿੱਚ ਅੰਦਰ ਵੈਕਿਊਮ ਦਾ ਮਤਲਬ ਖਲਾਅ ਹੁੰਦਾ ਸੀ, ਉਹਦੇ ਵਿੱਚ ਕੁਛ ਨਹੀਂ ਸੀ ਹੁੰਦਾ, ਖਾਲੀ ਹੁੰਦਾ, ਜਾਂ ਕੋਈ ਨਾ ਕੋਈ ਗੈਸ ਵੱਖਰੀ ਭਰੀ ਜਾਂਦੀ ਸੀ। ਇਹ ਵੈਕਿਊਮ ਟਿਊਬ ਤੁਹਾਡੇ ਕੋਲ ਬਣੀ ਹੁੰਦੀ ਹੈ। ਇਹ ਖਰਾਬ ਜਲਦੀ ਹੋ ਸਕਦੀ ਸੀ, ਪਰ ਗਰਮੀ ਬਹੁਤ ਜ਼ਿਆਦਾ ਸੀ ਅਤੇ ਬਹੁਤ ਮਹਿੰਗੇ ਹੁੰਦੇ ਸੀ, ਅਤੇ ਵੱਡੀਆਂ ਸੰਸਥਾਵਾਂ ਦੁਆਰਾ ਹੀ ਵਰਤੇ ਜਾਂਦੇ ਸੀ, ਕਿਉਂਕਿ ਪਹਿਲਾਂ ਬਣੇ ਸੀ। ਮਹਿੰਗੇ ਕਾਰਨ ਕਰਕੇ ਵੱਡੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ, ਵੱਡੀਆਂ ਸੰਸਥਾਵਾਂ ਨੇ, ਉਹ ਹੀ ਵਰਤ ਸਕਦੀਆਂ ਸੀ। ਉਹਨਾਂ ਦਾ ਆਕਾਰ ਵੱਡਾ ਸੀ, ਭਰੋਸੇ ਲਾਇਕ ਨਹੀਂ ਸੀ ਹੁੰਦਾ, ਖਰਾਬ ਹੋ ਜਾਂਦਾ ਸੀ, ਵਪਾਰਕ ਕੰਮਾਂ ਲਈ ਨਹੀਂ ਵਰਤੇ ਜਾਂਦੇ ਸਨ, ਮਹਿੰਗੇ ਹੁੰਦੇ ਸਨ। ਉਹਨਾਂ ਦੇ ਨਾਮ ਨੇ ਐਨੀਐਕ, ਐਡਵੈਕ, ਐਡਸੈਕ, ਯੂਨੀਵੈਕ 1, IBM 701, ਇਹ ਸਾਰੇ ਨੇ ਪਹਿਲੀ ਜਨਰੇਸ਼ਨ ਦੇ। ਦੂਜੀ ਜਨਰੇਸ਼ਨ 'ਚ ਆ ਗਿਆ ਕਿ ਇਹਦੇ 'ਚ ਕੀ ਚੇਂਜ ਹੋ ਗਿਆ ਬੇਟੇ। ਪਹਿਲੀ ਜਨਰੇਸ਼ਨ ਵਾਲੀਆਂ ਜਿਹੜੀਆਂ ਵੈਕਿਊਮ ਟਿਊਬਾਂ ਸੀ ਉਹ ਮਹਿੰਗੀਆਂ ਸੀ, ਇਹ ਸਸਤੀਆਂ ਬਣਨ ਲੱਗ ਗਈਆਂ, ਘੱਟ ਬਿਜਲੀ ਖਪਤ ਕਰਦੀਆਂ ਸੀ, ਆਕਾਰ 'ਚ ਛੋਟੀਆਂ ਹੋ ਗਈਆਂ, ਭਰੋਸੇ ਲਾਇਕ ਜ਼ਿਆਦਾ ਹੋ ਗਈਆਂ, ਤੇਜ਼ ਜ਼ਿਆਦਾ ਹੋ ਗਿਆ। ਇਹਦੇ ਵਿੱਚ ਫਿਰ ਪ੍ਰਾਇਮਰੀ ਮੈਮਰੀ ਮੈਗਨੈਟਿਕ ਕੋਰ ਅਤੇ ਸੈਕੰਡਰੀ ਸਟੋਰੇਜ ਮੈਗਨੈਟਿਕ ਟੇਪ ਅਤੇ ਡਿਸਕਾਂ ਵਰਤੀਆਂ ਜਾਂਦੀਆਂ। ਇਹਦੇ ਵਿੱਚ ਮੈਗਨੈਟਿਕ ਟੇਪ ਅਤੇ ਡਿਸਕਾਂ, ਜਿਵੇਂ ਤੁਸੀਂ ਕਹਿ ਸਕਦੇ ਹੋ, ਵਰਤਣੀਆਂ ਸ਼ੁਰੂ ਕਰ ਦਿੱਤੀਆਂ ਜੀ। ਇਹ ਟਰਾਂਜਿਸਟਰ ਵਗੈਰਾ ਜਿਵੇਂ ਹੈ, ਇਹ ਟਰਾਂਜਿਸਟਰ ਵਗੈਰਾ ਇਹਦੇ 'ਚ ਵਰਤਣੇ ਸ਼ੁਰੂ ਕਰ ਦਿੱਤੇ ਸੀ ਇਸ ਤਰੀਕੇ ਨਾਲ। ਇਹ ਟਰਾਂਜਿਸਟਰ ਬਣਿਆ ਹੋਇਆ ਹੈ, ਜਿਸ ਤਰੀਕੇ ਨਾਲ ਤੁਸੀਂ ਆਪਾਂ ਕਿਤੇ ਕੋਈ ਬੋਰਡ ਦੇਖਣ ਨੂੰ ਤੁਹਾਨੂੰ ਮਿਲੇ ਕਿਸੇ ਵੀ ਆਪਣਾ TV ਦਾ ਜਾਂ ਰੇਡੀਓ ਦਾ ਜਾਂ ਟੇਪ ਰਿਕਾਰਡ ਦਾ ਜਾਂ ਕੰਪਿਊਟਰ ਦਾ ਮਦਰਬੋਰਡ ਤੁਸੀਂ ਦੇਖੋ ਤਾਂ ਉਹਦੇ ਉੱਪਰ ਇਸ ਤਰੀਕੇ ਨਾਲ ਛੋਟੇ ਟਰਾਂਜਿਸਟਰ ਜਿਹੜੇ ਨੇ ਉਹ ਲੱਗੇ ਹੁੰਦੇ ਸੀ ਪੁਰਾਣੇ। ਇਹ ਦੂਜੀ ਜਨਰੇਸ਼ਨ ਦੀਆਂ ਇਹ ਸਭ ਕੁਛ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ ਨੇ ਕਿ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ, ਉਸ ਸਮੇਂ ਮੁਸ਼ਕਿਲ ਸੀ, ਕੀਮਤ 'ਚ ਮਹਿੰਗੇ ਸੀ, ਛੋਟੇ ਸੀ, ਗਰਮੀ ਘੱਟ ਪੈਦਾ ਕਰਦੇ ਸੀ, ਘੱਟ ਬਿਜਲੀ ਖਪਤ ਕਰਦੇ ਸੀ। ਆਹ ਨਾਮ ਨੇ IBM 7030 ਅਤੇ ਯੂਨੀਵੈਕ LARC, ਇਹ ਜਿਹੜੀਆਂ ਉਸ ਸਮੇਂ ਦੀਆਂ ਉਹ ਸੀਗੀਆਂ ਦੂਜੀ ਜਨਰੇਸ਼ਨ ਦੇ ਕੰਪਿਊਟਰ ਸੀ। ਉਸ ਤੋਂ ਅੱਗੇ ਆ ਗਿਆ ਬੇਟੇ ਤੀਜੀ ਜਨਰੇਸ਼ਨ। ਇਹਦੇ ਵਿੱਚ ਕੀ ਆ ਗਿਆ, ਟਰਾਂਜਿਸਟਰ ਤੋਂ ਹਟ ਕੇ ਨਵੀਂ ਟੈਕਨੋਲੋਜੀ ਆ ਗਈ ਇਹਦੇ 'ਚ, ਉਹਨੂੰ ਆਪਾਂ ਕਹਿੰਦੇ IC। ਤੁਸੀਂ ਨਾਂ ਸੁਣਿਆ ਹੋਵੇਗਾ IC, ਇੰਟੈਗਰੇਟਿਡ ਸਰਕਟ, ਉਹਦਾ ਨਾਂ ਫੁੱਲ ਹੈ ਇੰਟੈਗਰੇਟਿਡ ਸਰਕਟ। ਇਹ ਵੀ ਤੁਸੀਂ ਕਿਤੇ ਤੁਹਾਨੂੰ ਬੋਰਡ ਦੇਖਣ ਨੂੰ ਮਿਲੇ ਤਾਂ ਤੁਹਾਡੇ ਕੋਲ ਸਾਹਮਣੇ IC ਦੀ ਜਿਹੜੀ ਹੈਗੀ ਆ ਉਹ ਦਿਖਿਆ ਹੋਏਗਾ। ਇਹਦੀ ਖੋਜ ਜਿਹੜੀ ਹੈ ਜੈਕ ਕਿਲਬੀ, ਇੱਕ ਬੰਦੇ ਦਾ ਨਾਂ ਹੈ ਜੈਕ ਕਿਲਬੀ, ਉਸ ਨੂੰ IC ਦੀ ਸ਼ਕਲ ਦੇ ਵਿੱਚ ਜਿਹੜਾ ਆਪਾਂ ਨੂੰ ਦਿੱਤਾ ਨਵਾਂ ਇੰਟੈਗਰੇਟਿਡ ਸਰਕਟ। ਇਸ ਤਰੀਕੇ ਦਾ IC ਹੁੰਦਾ ਜੀ, ਜਿਸ ਤਰੀਕੇ ਮੈਂ ਪੁਆਇੰਟਰ ਮੂਵ ਕਰ ਰਿਹਾ ਜਿੱਥੇ, ਇਹਨੂੰ ਕਹਿੰਦੇ ਜੀ ਇੰਟੈਗਰੇਟਿਡ ਸਰਕਟ IC। ਇਸ ਜਨਰੇਸ਼ਨ ਵਿੱਚ ਰਿਮੋਟ ਪ੍ਰੋਸੈਸਿੰਗ, ਟਾਈਮ ਸ਼ੇਅਰਿੰਗ, ਰੀਅਲ ਟਾਈਮ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ। ਹਾਈ ਲੈਵਲ ਭਾਸ਼ਾਵਾਂ ਜਿਵੇਂ ਫੋਰਟਰਨ 2, 4, ਕੋਬੋਲ, ਪਾਸਕਲ, ਇਹ ਅਲੱਗ ਇਹਦੇ 'ਚ ਭਾਸ਼ਾਵਾਂ ਸੀ ਜੀ ਬੇਟੇ। ਜਿਹੜਾ ਆਪਾਂ ਆਪਣੇ ਪੜ੍ਹਨ ਵਾਲਾ ਜਿਹੜੀ ਗੱਲ ਹੈ ਕਿ ਇਸ ਜਨਰੇਸ਼ਨ ਦੇ ਵਿੱਚ IC ਦੀ ਕਾਢ ਹੋ ਗਈ ਸੀ, IC ਵਰਤਣੇ ਸ਼ੁਰੂ ਹੋ ਗਏ ਸੀ। ਉਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਸੀ ਕਿ ਇਹਨਾਂ ਵਿੱਚ ਉਤਪਾਦਕਤਾ ਆਸਾਨ ਕਰਨੀ ਸੀ ਕਿ ਉਦੋਂ ਮਤਲਬ ਇਹਨੂੰ ਬਣਾਉਣਾ ਸੌਖਾ ਸੀ, ਵਿਗਿਆਨਕ ਕੰਮਾਂ ਲਈ, ਵਪਾਰਕ ਕੰਮਾਂ ਲਈ ਵਰਤਿਆ ਜਾ ਸਕਦਾ ਸੀ। ਇਹਦੇ ਵਿੱਚ ਜਿਹੜੀ ਟੈਕਨੋਲੋਜੀ ਬਹੁਤ ਜ਼ਿਆਦਾ ਫਰਕ ਆ ਗਈ ਸੀ। ਮੈਗਨੈਟਿਕ ਟੇਪਾਂ ਸੈਕੰਡਰੀ ਸਟੋਰੇਜ ਵਰਤਣੀਆਂ ਆ ਗਈਆਂ ਸੀਗੀਆਂ। ਤੀਜੀ ਜਨਰੇਸ਼ਨ ਦੇ ਸਿਸਟਮਾਂ ਦੇ ਨਾਂ ਜਿਹੜੇ ਨੇ ਉਹ IBM 360, 370, PDP 8, PDP 11, CDC 6600, ਇਹ ਜਿਹੜੇ ਨੇ ਉਸ ਸਮੇਂ ਵਰਤੇ ਜਾਂਦੇ ਸੀ। ਉਦੋਂ ਅੱਗੇ ਆ ਗਿਆ ਬੇਟੇ ਚੌਥੀ ਜਨਰੇਸ਼ਨ। ਚੌਥੀ ਜਨਰੇਸ਼ਨ ਦਾ ਸਮਾਂ ਜੀ 1975 ਤੋਂ ਲੈ ਕੇ 1999 ਤੱਕ ਦਾ। ਇਹਦੇ ਵਿੱਚ ਕੀ ਹੈ ਕਿ ਇਹਦੇ 'ਚ VLSI ਡਿਜ਼ਾਈਨ ਆ ਗਿਆ ਜੀ। VLSI ਦਾ ਕੀ ਮਤਲਬ, ਵੈਰੀ ਲਾਰਜ ਸਕੇਲ ਇੰਟੈਗਰੇਟਿਡ ਸਰਕਟ। ਵੈਰੀ ਲਾਰਜ ਸਕੇਲ ਇੰਟੈਗਰੇਟਿਡ ਸਰਕਟ ਦਾ ਕੀ ਮਤਲਬ ਹੈ ਕਿ ਇਸ ਤਰੀਕੇ ਦਾ ਦੇਖੋ ਮਾਈਕਰੋ ਪ੍ਰੋਸੈਸਰ ਇੱਕ ਬਣਾਇਆ ਗਿਆ ਹੈ। ਇਸ ਤੁਸੀਂ ਫੋਟੋ ਨੂੰ ਧਿਆਨ ਨਾਲ ਦੇਖੋ, ਆਪਣੀ ਬੁੱਕ 'ਤੇ ਵੀ ਦੇਖੋ ਕਿ ਇਹ ਹੈ ਇੱਕ ਪ੍ਰੋਸੈਸਰ ਜਿਹੜਾ CPU, ਅਸਲ ਆਪਾਂ CPU ਦਾ ਨਾਮ ਲੈਂਦੇ ਹਾਂ, ਉਹ ਕਈ ਪਾਰਟਸ ਤੋਂ ਮਿਲ ਕੇ ਬਣਦਾ ਹੈ। ਜਿਹੜਾ ਅਸਲ CPU ਹੈ, ਜਿਹੜਾ ਪ੍ਰੋਸੈਸਿੰਗ ਕਰਦਾ, ਜਿਹੜਾ ਕੰਮ ਕਰਦਾ, ਉਹ ਇਹ ਚੀਜ਼ ਕੰਮ ਕਰਦੀ ਹੈ ਜਿਹਨੂੰ ਆਪਾਂ ਮਾਈਕਰੋ ਪ੍ਰੋਸੈਸਰ ਕਹਿੰਦੇ ਹਾਂ। ਇਹਦੇ ਨਾਲ ਇੱਕ ਨਵਾਂ ਯੁੱਗ ਸ਼ੁਰੂ ਹੋ ਗਿਆ। ਬਹੁਤ ਸ਼ਕਤੀਸ਼ਾਲੀ ਕੰਪਿਊਟਰ ਹੋ ਗਏ, ਪੂਰੇ ਭਰੋਸੇ ਲਾਇਕ ਹੋ ਗਏ, ਛੋਟੇ ਹੋ ਗਏ, ਖਰੀਦਣ ਯੋਗ ਹੋ ਗਏ। ਇਹਦੇ ਨਾਲ ਜਿਹੜੀਆਂ ਹੈ ਨਾ ਬਹੁਤ ਜ਼ਿਆਦਾ ਕੰਪਿਊਟਰ ਦੇ ਵਿੱਚ ਕ੍ਰਾਂਤੀ ਆਈ ਹੈ। ਕੰਪਿਊਟਰ ਦੇ ਵਿੱਚ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਕੋਲ ਸੁਵਿਧਾ ਆ ਗਈ ਹੈ ਕਿ ਕੰਪਿਊਟਰ ਹਰ ਇੱਕ ਦੀ ਪਹੁੰਚ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਜੀ। ਪਹਿਲਾਂ ਵਾਲੇ ਕੰਪਿਊਟਰ ਤਾਂ ਹਰ ਇੱਕ ਦੀ ਪਹੁੰਚ ਵਿੱਚ ਨਹੀਂ ਸੀ। ਇਸ ਨਾਲ ਕੰਪਿਊਟਰ ਹਰ ਇੱਕ ਦੀ ਪਹੁੰਚ ਵਿੱਚ ਹੋਣੇ ਸ਼ੁਰੂ ਹੋ ਗਏ ਜੀ। ਇਸ ਤਰੀਕੇ ਨੀਚੇ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ ਹੈ। ਇਹਦੇ ਵਿੱਚ ਮੈਗਨੈਟਿਕ ਟੇਪਾਂ ਉਸੇ ਤਰੀਕੇ ਨਾਲ ਟੇਪਾਂ ਦੇ ਵਰਤੀਆਂ, ਜਿਸ ਤਰੀਕੇ ਨਾਲ ਟੇਪ ਆਉਂਦੀ ਸੀ ਉਹ ਵਰਤੀ ਜਾ ਰਹੀ ਹੈ।
GUI ਵਰਤਣੀ ਸ਼ੁਰੂ ਹੋ ਗਈ, ਜਿਵੇਂ ਵਿੰਡੋਜ਼ ਵਗੈਰਾ ਨੇ ਆਉਣੀਆਂ ਸ਼ੁਰੂ ਹੋ ਗਈਆਂ, ਮਾਊਸ ਦਾ ਕੰਮ ਸ਼ੁਰੂ ਹੋ ਗਿਆ। ਆਪਰੇਟਿੰਗ ਸਿਸਟਮ ਵੱਖਰੇ ਵੱਖਰੇ ਆ ਗਏ, ਜਿਵੇਂ ਯੂਨਿਕਸ ਹੈ, ਲਿਨਕਸ ਹੈ। ਇਸ ਤਰੀਕੇ ਨਾਲ ਸਾਰਿਆਂ ਕੁਝ ਸੁਵਿਧਾ ਜਿਹੜੀ ਹੈ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਹੈ। ਉਸ ਤੋਂ ਅੱਗੇ ਬੇਟੇ ਪੰਜਵੀਂ ਜਨਰੇਸ਼ਨ, ਜਿਹੜੀ ਪੰਜਵੀਂ ਜਨਰੇਸ਼ਨ ਹੁਣ ਆਪਾਂ ਚੱਲ ਰਹੇ ਹਾਂ, ਇਹਨੂੰ ਆਪਾਂ ਕਹਿੰਦੇ ਹਾਂ 1999 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਕੰਪਿਊਟਰ ਨੇ ਉਹ 5th ਜਨਰੇਸ਼ਨ ਚੱਲ ਰਹੀ ਹੈ। ਇਹਦੇ 'ਚ VLSI ਟੈਕਨੋਲੋਜੀ, ULSI ਅਲਟਰਾ ਲਾਰਜ ਸਕੇਲ ਇੰਟੈਗਰੇਸ਼ਨ ਟੈਕਨੋਲੋਜੀ ਬਦਲ ਗਈ ਹੈ। VLSI ਜਿਹੜੀ ਟੈਕਨੋਲੋਜੀ ਸੀ ਉਹਨੂੰ ਉਹਦਾ ਇੱਕ ਲੈਵਲ ਹੋਰ ਉੱਪਰ ਲੈ ਗਏ ਨੇ ਉਹਨੂੰ, ਅਲਟਰਾ ਲਾਰਜ ਸਕੇਲ ਇੰਟੈਗਰੇਸ਼ਨ। ਕੀ ਹੋ ਗਿਆ ਕਿ ਮਾਈਕਰੋ ਪ੍ਰੋਸੈਸਰ ਚਿਪ ਆ ਗਈਆਂ ਨੇ ਛੋਟੀਆਂ ਛੋਟੀਆਂ, ਦੇਖੋ ਇਹ ਮਾਈਕਰੋ ਪ੍ਰੋਸੈਸਰ ਚਿਪ ਆ ਗਈਆਂ ਨੇ ਛੋਟੀਆਂ ਛੋਟੀਆਂ। ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਦੇਖਣ ਦੇ ਵਿੱਚ ਹੀ ਹਰ ਇੱਕ ਚੀਜ਼ ਦਾ ਜਿਹੜਾ ਡਿਜ਼ਾਈਨ ਹੈ ਉਹ ਵਧੀਆ ਹੋ ਰਿਹਾ ਅਤੇ ਛੋਟਾ ਹੋ ਰਿਹਾ। ਪਹਿਲਾਂ ਕੰਪਿਊਟਰ ਬਹੁਤ ਵੱਡੇ ਸੀ, ਫਿਰ ਹੁਣ ਕੰਪਿਊਟਰ ਬਹੁਤ ਛੋਟੇ ਹੋ ਗਏ ਨੇ। ਫੋਨ ਦੇ ਵਿੱਚ ਜਿਹੜਾ ਆਪਾਂ ਕਾਰਡ ਪਾਉਂਦੇ ਆ, ਤੁਸੀਂ ਪਹਿਲਾਂ ਸਿਮ ਜਿਹੜਾ ਹੈ ਉਹ ਪੂਰਾ ਸਿਮ ਪਾਉਣਾ ਪੈਂਦਾ ਸੀ, ਹੁਣ ਉਸ ਸਿਮ ਨੂੰ ਉਹਨਾਂ ਨੇ ਬਹੁਤ ਛੋਟਾ ਕਰ ਦਿੱਤਾ ਗਿਆ। ਜੇ ਤੁਸੀਂ ਪਹਿਲਾਂ ਕਾਰਡ ਕੋਈ ਯੂਜ਼ ਕਰਦੇ ਸੀ, ਫਲੈਸ਼ ਕਾਰਡ ਜਾਂ ਪੈਨ ਡਰਾਈਵ ਯੂਜ਼ ਕਰਦੇ ਸੀ, ਉਹਨਾਂ ਨੂੰ ਉਹਦੀ ਸਮਰੱਥਾ ਵਧਾ ਦਿੱਤੀ ਗਈ ਹੈ, ਉਹਦਾ ਸਾਈਜ਼ ਛੋਟਾ ਕਰ ਦਿੱਤਾ ਗਿਆ ਹੈ। ਇਸੇ ਤਰੀਕੇ ਨਾਲ ਫ਼ੋਨ ਦੇ ਵਿੱਚ ਵੀ ਤੁਸੀਂ ਦੇਖੋ, ਪਹਿਲਾਂ ਜਿਹੜੇ ਫ਼ੋਨ ਆਉਂਦੇ ਸੀ ਉਹਨਾਂ ਦੇ ਵਿੱਚ ਸਮਰੱਥਾ ਵੀ ਘੱਟ ਸੀ, ਮੈਮਰੀ ਸਮਰੱਥਾ ਘੱਟ ਸੀ, ਪਰ ਉਹਨਾਂ ਦੇ ਸਾਈਜ਼ ਵੱਡੇ ਸੀ। ਹੁਣ ਤੁਸੀਂ ਸਾਈਜ਼ ਛੋਟੇ ਨੇ ਫ਼ੋਨ ਦੇ, ਅਤੇ 128 GB 256 GB ਤੱਕ ਆਮ ਹੀ ਫ਼ੋਨ ਆਪਣੇ ਕੋਲ ਆਉਣੇ ਸ਼ੁਰੂ ਹੋ ਗਏ ਨੇ ਜੀ। ਇਸ ਤੋਂ ਅੱਗੇ ਆ ਗਿਆ ਬੇਟੇ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੀ ਮਤਲਬ ਹੈ ਕਿ ਉਹ ਮਨੁੱਖਾਂ ਵਾਂਗ ਸੋਚਣ ਅਤੇ ਕੰਮ ਕਰਨ ਦੇ ਤਰੀਕੇ ਲਈ ਵਰਤੇ ਜਾਏਗੀ, ਕਿ ਮਨੁੱਖਾਂ ਵਾਂਗ ਸੋਚੇਗੀ ਉਹ। ਮਨੁੱਖਾਂ ਦੇ ਜਿਵੇਂ ਮਨੁੱਖ ਫੈਸਲਾ ਕਰਦਾ ਹੈ ਕਿ ਜੇ ਫਰਜ਼ ਕਰੋ ਉਦਾਹਰਨ ਦੇ ਤੌਰ 'ਤੇ ਆਪਾਂ ਤੁਰੇ ਜਾ ਰਹੇ ਹਾਂ, ਅੱਗੇ ਜੋ ਹੈ ਇੱਕ ਖੱਡਾ ਆ ਗਿਆ, ਉਹ ਖੱਡਾ ਆਪਾਂ ਨੂੰ ਦਿਸ ਰਿਹਾ ਅਤੇ ਆਪਾਂ ਉਹਦੇ ਵਿੱਚ ਸੋਚਾਂਗੇ ਕਿ ਆਪਾਂ ਇਸ ਖੱਡੇ ਨੂੰ ਪਾਰ ਕਰ ਸਕਦੇ ਹਾਂ। ਆਪਣੇ ਕੋਲ ਕੀ ਕੀ ਰਾਹ ਨੇ, ਇੱਕ ਰਾਹ ਤਾਂ ਵੀ ਆਪਾਂ ਖੱਡੇ ਨੂੰ ਆਪਾਂ ਪਾਰ ਕਰ ਸਕਦੇ ਹਾਂ, ਦੂਜਾ ਰਾਹ ਹੈ ਆਪਣਾ ਰਸਤਾ ਬਦਲ ਸਕਦੇ ਹਾਂ। ਹੁਣ ਉਹ ਆਪਣੇ ਦਿਮਾਗ ਨੇ ਸੋਚਣਾ ਹੈ ਕਿ ਕੀ ਆਪਾਂ ਕਰਨਾ। ਜੇ ਗੱਡਾ ਜ਼ਿਆਦਾ ਵੱਡਾ ਹੈ ਅਤੇ ਜੇ ਆਪਾਂ ਦਿਮਾਗ ਨਹੀਂ ਲਾਵਾਂਗੇ ਤਾਂ ਚੱਲਦੇ ਜਾਵਾਂਗੇ ਤਾਂ ਆਪਾਂ ਖੱਡੇ ਦੇ ਵਿੱਚ ਗਿਰ ਜਾਵਾਂਗੇ। ਜੇ ਆਪਣਾ ਦਿਮਾਗ ਕਹੇਗਾ ਕਿ ਨਹੀਂ ਖੱਡਾ ਜ਼ਿਆਦਾ ਵੱਡਾ ਨਹੀਂ, ਆਪਾਂ ਇਸ ਨੂੰ ਟੱਪ ਸਕਦੇ ਹਾਂ, ਤਾਂ ਤੁਸੀਂ ਉਸ ਨੂੰ ਟੱਪ ਜਾਓਗੇ। ਕਿ ਨਹੀਂ ਹੈ ਤਾਂ ਤੁਹਾਡਾ ਦਿਮਾਗ ਕਹੇਗਾ ਕਿ ਨਹੀਂ ਬਈ ਆਪਣੇ ਤੋਂ ਟੱਪਿਆ ਨਹੀਂ ਜਾਣਾ, ਆਪਾਂ ਜਿਹੜਾ ਰਸਤਾ ਹੈ ਉਹ ਚੇਂਜ ਕਰ ਲਈਏ। ਉਹੀ ਚੀਜ਼, ਇਹੀ ਟੈਕਨੋਲੋਜੀ, ਇਸੇ ਤਰੀਕੇ ਨਾਲ ਸੋਚਣ ਦੀ ਜਿਹੜੀ ਸਮਰੱਥਾ ਹੈ ਉਹ ਕੰਪਿਊਟਰਾਂ ਦੇ ਵਿੱਚ ਹੌਲੀ ਹੌਲੀ ਆ ਰਹੀ ਹੈ, ਜਿਹਨੂੰ ਆਪਾਂ ਕਹਿੰਦੇ ਬੇਟੇ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਇਹ ਆਪਾਂ ਜਿਹੜਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਦੇ 'ਚ ਆਊਗਾ ਰੋਬੋਟਸ। ਜਿਹੜੇ ਤੁਸੀਂ ਆਹ ਦੇਖੋ, ਆਹ ਰੋਬੋਟ ਬਣਿਆ ਹੋਇਆ ਹੈ। ਗੇਮ ਪਲੇਇੰਗ, ਜਿਵੇਂ ਤੁਸੀਂ ਅੱਜ ਕੱਲ੍ਹ ਕੋਈ PUBG ਵਗੈਰਾ ਗੇਮ ਚੱਲਦੇ ਨੇ ਜਾਂ ਹੋਰ ਕਈ ਗੇਮਸ ਚੱਲਦੀਆਂ ਨੇ, ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਵੀ ਦਿੰਦਾ ਹੈ ਕਿ ਇਸ ਤਰੀਕੇ ਨਾਲ ਤੁਸੀਂ ਮੁਸ਼ਕਿਲ 'ਚ ਫਸ ਜਾਓਗੇ, ਇਸ ਤਰੀਕੇ ਨਾਲ ਤੁਸੀਂ ਸਹੀ ਰਹੋਗੇ। ਆਮ ਮਨੁੱਖੀ ਭਾਸ਼ਾ ਨੂੰ ਸਮਝਣਾ ਅਤੇ ਬੋਲਣਾ, ਰੋਬੋਟਸ ਜਿਹੜੇ ਨੇ ਅੱਜ ਕੱਲ੍ਹ ਕੀ ਹੈ ਕਿ ਤੁਹਾਡੀਆਂ ਭਾਸ਼ਾ ਨੂੰ ਸਮਝਣ ਅਤੇ ਬੋਲਣ ਵੀ ਲੱਗ ਪੈਣਗੇ ਜੀ। ਇਹ ਵਿਸ਼ੇਸ਼ਤਾਵਾਂ ਅਤੇ ਗੁਣ ਨੇ, ਛੋਟੇ ਹੋ ਗਏ ਨੇ, ਉਹ ਕਹਿੰਦੇ ਨੋਟਬੁੱਕ ਸ਼ਕਤੀਸ਼ਾਲੀ ਤੇ ਹੋ ਗਏ ਨੇ, ਸੁਪਰ ਕੰਪਿਊਟਰ ਵਰਤਣੇ ਜਾਣ ਸ਼ੁਰੂ ਕਰਤੇ ਨੇ, ULSI ਟੈਕਨੋਲੋਜੀ ਆ ਗਈ ਵਰਤਣੀ ਸ਼ੁਰੂ ਕਰਤੇ ਨੇ, ਇਸ ਮੈਮਰੀ ਦੀ ਸਮਰੱਥਾ ਵੱਧ ਗਈ ਹੈ, ਸਾਈਜ਼ ਘੱਟ ਗਏ ਨੇ, ਜਲਦੀ ਜੁੜਨ ਵਾਲੇ ਮਤਲਬ ਕਿ ਹੌਟ ਪਲੱਗੇਬਲ ਜਿਹੜੀਆਂ ਤੁਸੀਂ ਸਿੰਪਲ ਹੈ ਕਿ ਆਮ ਘਰਾਂ 'ਚ ਵਰਤੋਂ ਆਉਣ ਵਾਲੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ। ਜਿਵੇਂ ਆਪਾਂ IBM ਨੋਟਬੁੱਕਸ ਵਰਤਦੇ ਹਾਂ, ਪੈਂਟੀਅਮ ਦੇ PC ਵਰਤਦੇ ਹਾਂ, ਵਰਕ ਸਟੇਸ਼ਨ ਵਰਤਦੇ ਹਾਂ, ਪਰਮ 10,000 ਜਿਹੜਾ ਹੈ ਇਹ ਆਪਣਾ ਕੰਪਿਊਟਰ ਹੈ, ਸੁਪਰ ਕੰਪਿਊਟਰ ਇੰਡੀਆ ਦਾ ਜਿਹੜਾ ਹੈਗਾ ਪਰਮ 10,000, ਇਸ ਤਰੀਕੇ ਨਾਲ ਉਹ ਵਰਤਿਆ ਜਾ ਰਿਹਾ ਹੈ। ਸੋ ਪੰਜਵੀਂ ਜਨਰੇਸ਼ਨ ਦੇ ਵਿੱਚ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਨੇ, ਨਵੇਂ ਟੈਕਨੋਲੋਜੀ ਯੂਜ਼ ਹੋ ਰਹੀ ਹੈ, ਨਵੀਆਂ ਆਪਣਾ ਟੈਕਨੋਲੋਜੀ ਜਿਹੜੀਆਂ ਨੇ ਉੱਥੇ ਆਪਣੇ ਕੋਲ ਯੂਜ਼ ਹੋ ਰਹੀਆਂ। ਤਾਂ ਛੋਟੇ ਕੰਪਿਊਟਰ ਬਣ ਰਹੇ ਨੇ, ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ। ਸੋ ਇਹ ਸੀ ਬੇਟੇ ਕੰਪਿਊਟਰ ਦੀਆਂ ਜਨਰੇਸ਼ਨਸ। ਉਸ ਤੋਂ ਅੱਗੇ ਆਪਾਂ ਜਿਹੜੀਆਂ ਯਾਦ ਰੱਖਣਯੋਗ ਗੱਲਾਂ ਤੁਸੀਂ ਆਪਣੇ ਆਪ ਪੜ੍ਹ ਲੈਣੀਆਂ ਜੀ, ਅਤੇ ਕੁਐਸਚਨ ਆਨਸਰ ਜਿਹੜੇ ਹੈ ਇਸ ਦੇ ਉਹ ਆਪਾਂ ਕਲਾਸ ਦੇ ਵਿੱਚ ਕਰਾਂਗੇ, ਜਾਂ ਆਪਣੇ ਟੀਚਰ ਨੂੰ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਕੁਐਸਚਨ ਆਨਸਰ ਜਿਹੜੇ ਨੇ ਕਰਵਾਓ, ਆਪਾਂ ਇਸ ਨੂੰ ਕਲਾਸ ਦੇ ਵਿੱਚ ਕਰਾਂਗੇ। ਤੁਸੀਂ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰੋ, ਆਪਾਂ ਕਲਾਸ ਦੇ ਵਿੱਚ ਇਹਨਾਂ ਨੂੰ ਕਰਾਂਗੇ ਜੀ। ਸੋ ਬਹੁਤ ਬਹੁਤ ਪਿਆਰ ਬੇਟੇ, ਬਹੁਤ ਬਹੁਤ ਧੰਨਵਾਦ ਜੀ।